सोए। वाहिगुरु जी की फतेह। विघ्न विनाशन सोए। सतनाम श्री वाहिगुरु साहिब जी। महाराज ए दुर्गन जानो, बसबे को घर कीना। बुरज न मुरचा पौर न गाडो, परखा दीर्घ हीना। महाराज ए दुर्गन जानो। वाहिगुरु जी का खालसा, वाहिगुरु जी की फतेह। दसां पातशाहियां दी जोत धन श्री गुरु ग्रंथ साहिब जी महाराज। वाह वाह बाणी निरंकार है, तिस जे वडे अवर ना कोय। वाह वाह अगम अथाह है, वाह वाह सच्चा सोए। सतगुरां दी पावन पवित्र हजूरी अंदर जगत गुरु धन धन श्री गुरु नानक देव साहिब जी महाराज, सतगुरां दे पावन अस्थान गुरुद्वारा श्री बेर साहिब जी विखे गुरु चरनां दी हाजरी भर रही गुरु की साजी नवाजी होई साध संगत जी। सतगुरां ने कृपा कीती है, अपने अमृतमयी दीदार बख्शे। सत संगत दा अमोलक सुभागा समा सतगुरु जी ने बख्शिया है। सुल्तानपुर लोधी दी धरती, जिस नूं धन श्री गुरु नानक देव साहिब महाराज जी ने अपनी चरण छोह बख्श करके कण कण नूं पवित्र कीता है। उंज तां भाई गुरदास साहिब जी कहिंदे हन, बाबे तारे चार चक नौ खंड प्रिथमी सच्चा ढोआ। गुरमुख कल विच प्रगट होआ। चौहां ਚੱਕਾਂ ਦੇ ਵਿੱਚ ਬਾਬਾ ਜੀ ਨੇ ਉਪਦੇਸ਼ ਦਿੱਤਾ, ਪਰ ਇਹ ਪਵਿੱਤਰ ਧਰਤੀ ਜਿੱਥੇ ਮਹਾਰਾਜ ਸਾਹਿਬ ਜੀ ਸਰੀਰਕ ਕਾਰਬਲਾ 15 ਸਾਲ ਦੀ ਉਮਰ ਦੇ ਵਿੱਚ ਮਹਾਰਾਜ ਇੱਥੇ ਆਉਂਦੇ ਹਨ ਔਰ 28 ਸਾਲ ਦੀ ਉਮਰ ਤੱਕ ਮਹਾਰਾਜ ਸਾਹਿਬ ਜੀ ਇਸ ਧਰਤੀ ਦੇ ਉੱਤੇ ਪਾਵਨ ਸਰੀਰ ਕਰਕੇ ਵਿਚਰਦੇ ਹਨ। ਭਾਈ ਕਾਹਨ ਸਿੰਘ ਨਾਭਾ ਨੇ ਲਿਖਿਆ ਹੈ, 1541 ਬਿਕਰਮੀ ਸੰਮਤ ਦੇ ਵਿੱਚ ਮਹਾਰਾਜ ਸਾਹਿਬ ਜੀ ਪੱਕੇ ਤੌਰ ਤੇ ਸੁਲਤਾਨਪੁਰ ਲੋਧੀ ਦੀ ਧਰਤੀ ਤੇ ਆ ਗਏ। ਤੇ ਜੇ 1541 ਦੇ ਹਿਸਾਬ ਦੇ ਨਾਲ ਵੇਖੀਏ ਤੇ 15 ਸਾਲ ਸਰੀਰ ਕਾਰਬਲਾ ਮਹਾਰਾਜ ਦੀ ਬਣਦੀ ਹੈ। ਤਾਂ ਮਹਾਰਾਜ ਸਾਹਿਬ ਜੀ ਨੇ ਇੱਥੇ ਬੇਅੰਤ ਚੋਜ ਕੌਤਕ ਕੀਤੇ। 1542 ਬਿਕਰਮੀ ਸੰਮਤ ਦੇ ਵਿੱਚ ਮੋਦੀ ਖਾਨੇ ਨੂੰ ਸੰਭਾਲਣਾ। 1 ਸਾਲ ਬੀਤਿਆ ਸੀ ਮੋਦੀ ਖਾਨਾ ਕਰਦਿਆਂ ਤੇ 1543 ਦੇ ਵਿੱਚ ਜਦੋਂ 17 ਸਾਲ ਦੀ ਬਾਬਾ ਜੀ ਦੀ ਸਰੀਰ ਕਾਰਬਲਾ ਸੀ ਤਾਂ ਜਗਤ ਗੁਰੂ ਜੀ ਦਾ ਮੰਗਣਾ ਹੋਇਆ ਮਾਤਾ ਸੁਲੱਖਣੀ ਜੀ ਦੇ ਨਾਲ। ਪੱਖੋ ਕੀ ਰੰਧਾਵਿਆਂ ਦੇ ਪਟਵਾਰੀ ਬਾਬਾ ਮੂਲ ਚੰਦ ਜੀ, ਮਾਤਾ ਚੰਦੋ ਰਾਣੀ ਜੀ, ਤਿੰਨਾਂ ਦੇ ਸਪੁੱਤਰੀ ਮਾਤਾ ਸੁਲੱਖਣੀ ਜੀ। ਤੇ ਮੰਗਣੇ ਤੋਂ 1 ਸਾਲ ਬਾਅਦ ਫਿਰ ਬਾਬਾ ਜੀ ਦਾ ਵਿਆਹ ਹੋਇਆ, ਆਨੰਦ ਕਾਰਜ ਹੋਇਆ 18 ਸਾਲ ਦੀ ਸਰੀਰ ਕਾਰਬਲਾ ਦੇ ਵਿੱਚ। ਤੇ ਇਹ ਭਾਗਾਂ ਭਰੀ ਧਰਤੀ ਹੈ ਸੁਲਤਾਨਪੁਰ ਲੋਧੀ ਦੀ ਧਰਤੀ, ਜਿੱਥੋਂ ਬਾਬਾ ਜੀ ਦੀ ਬਰਾਤ ਚੜ੍ਹੀ ਹੈ।
18 ਸਾਲ ਦੀ ਸਰੀਰ ਕਾਰਬਲਾ ਮਹਾਰਾਜ ਸਾਹਿਬ ਜੀ ਦੀ। ਵਿਆਹ ਤੋਂ 7 ਸਾਲ ਬਾਅਦ 1544 ਬਿਕਰਮੀ ਦੇ ਵਿੱਚ ਮਹਾਰਾਜ ਸਾਹਿਬ ਜੀ ਦਾ ਵਿਆਹ ਹੁੰਦਾ ਹੈ, ਆਨੰਦ ਕਾਰਜ। ਤੇ 1551 ਬਿਕਰਮੀ ਸੰਮਤ ਦੇ ਵਿੱਚ ਵੱਡਾ ਸਾਹਿਬਜ਼ਾਦਾ ਪ੍ਰਗਟ ਹੁੰਦਾ ਇਸੇ ਧਰਤੀ ਤੇ, ਬਾਬਾ ਸ਼੍ਰੀ ਚੰਦ ਜੀ। ਉਹਨਾਂ ਤੋਂ 2 ਸਾਲ ਬਾਅਦ 1553 ਬਿਕਰਮੀ ਸੰਮਤ ਦੇ ਵਿੱਚ ਜਦੋਂ ਬਾਬਾ ਜੀ ਦੀ ਸਰੀਰ ਕਾਰਬਲਾ 27 ਵਰ੍ਹਿਆਂ ਦੀ ਸੀ ਤੇ ਛੋਟਾ ਸਾਹਿਬਜ਼ਾਦਾ ਪ੍ਰਗਟ ਹੁੰਦਾ ਹੈ ਬਾਬਾ ਲਖਮੀ ਦਾਸ ਸਾਹਿਬ ਜੀ, ਗੁਰੂ ਕੇ ਬਾਗ ਸਾਹਿਬ ਵਾਲੇ ਅਸਥਾਨ ਤੇ। ਉਹਦੇ ਤੋਂ 1 ਸਾਲ ਬਾਅਦ ਜਦੋਂ ਬਾਬਾ ਜੀ ਦੀ ਸਰੀਰ ਕਾਰਬਲਾ 28 ਵਰ੍ਹਿਆਂ ਦੀ ਹੈ, 1554 ਬਿਕਰਮੀ ਸੰਮਤ ਦੇ ਵਿੱਚ ਮੋਦੀ ਖਾਨਾ ਲੁਟਾ ਕੇ ਤਿਆਗ ਕੇ ਫਿਰ ਇਸ ਧਰਤੀ ਤੋਂ ਮਹਾਰਾਜ ਸਾਹਿਬ ਜੀ ਉਦਾਸੀਆਂ ਆਰੰਭ ਕਰਦੇ ਹਨ। 25 ਵਰ੍ਹੇ ਮਹਾਰਾਜ ਸਾਹਿਬ ਜੀ ਦਾ ਸਮਾਂ ਲਿਖਿਆ ਉਦਾਸੀਆਂ ਦਾ ਗੁਰਮੁਖਾਂ ਨੇ, ਜੋ ਚੌਹਾਂ ਚੱਕਾਂ ਵਿੱਚ ਮਹਾਰਾਜ 25 ਸਾਲ ਵਿਚਰੇ, ਪਰ ਆਰੰਭਤਾ ਇਸ ਧਰਤੀ ਤੋਂ ਕੀਤੀ ਹੈ। ਇਸ ਕਰਕੇ ਇੰਨੇ ਵਰ੍ਹਿਆਂ ਦੇ ਵਿੱਚ ਮਹਾਰਾਜ ਸਾਹਿਬ ਜੀ ਨੇ ਸੁਲਤਾਨਪੁਰ ਸਾਹਿਬ ਦੀ ਧਰਤੀ ਦਾ ਕਣ ਕਣ ਪਵਿੱਤਰ ਕੀਤਾ। ਪਰ ਭਾਵਨਾ ਵਾਲਿਆਂ ਵਾਸਤੇ ਸਾਰੀਆਂ ਦਾਤਾਂ ਹੁੰਦੀਆਂ ਹਨ, ਬਖਸ਼ਿਸ਼ਾਂ ਹੁੰਦੀਆਂ ਹਨ। ਬਿਨਾਂ ਭਾਗਾਂ ਤੋਂ ਤੇ ਬਿਨਾਂ ਭਾਵਨਾ ਤੋਂ ਮਹਾਰਾਜ ਕਹਿੰਦੇ ਕੁਝ ਨਹੀਂ ਮਿਲਦਾ। ਭਾਵੇਂ ਕੋਈ ਨੇੜੇ ਰਹਿੰਦਾ ਹੋਵੇ, ਭਾਵੇਂ ਕੋਈ ਦੂਰ ਰਹਿੰਦਾ ਹੋਵੇ, ਜਿੰਨਾ ਚਿਰ ਭਾਵਨਾ ਨਹੀਂ ਹੈ, ਗੋਬਿੰਦ ਭਾਵੋ ਭਗਤ ਦਾ ਭੁੱਖਾ। ਗੋਬਿੰਦ ਭਾਵਨਾ ਦਾ ਭੁੱਖਾ ਹੈ। ਗੁਰਬਾਣੀ 'ਚ ਇੱਕ ਬਚਨ ਆਉਂਦਾ, ਸਤਿਗੁਰ ਸਦਾ ਦਇਆਲ ਹੈ ਭਾਈ, ਬਿਨ ਭਾਗਾਂ ਕਿਆ ਪਾਈਐ। ਸਤਿਗੁਰੂ ਸਦਾ ਹੀ ਦਿਆਲੂ ਆ। 550 ਸਾਲ ਪਹਿਲਾਂ ਵੀ ਸਤਿਗੁਰੂ ਨਾਨਕ ਸਾਹਿਬ ਬਖਸ਼ਿਸ਼ਾਂ ਇੱਥੇ ਵਰਤਾਉਂਦੇ ਸੀ, 13 ਕਹਿ ਕੇ ਝੋਲੀਆਂ ਭਰਦੇ ਸੀ। ਤੇ ਮਹਾਰਾਜ ਸਾਹਿਬ ਜੀ ਅੱਜ ਵੀ ਉਹੀ ਬਖਸ਼ਾਂ ਵਰਤਾ ਰਹੇ ਹਨ। ਸਤਿਗੁਰ ਸਦਾ ਦਇਆਲ ਹੈ ਭਾਈ, ਪਰ ਨਾਲ ਹੀ ਕਹਿ ਦਿੱਤਾ ਬਿਨ ਭਾਗਾਂ ਕਿਆ ਪਾਈਐ। ਬਿਨਾਂ ਭਾਗਾਂ ਤੋਂ ਕੀ ਪ੍ਰਾਪਤ ਕਰੀਏ ਗੁਰੂ ਸਾਹਿਬ ਜੀ ਦੇ ਪਾਸੋਂ। ਅਗਲੀ ਪੰਕਤੀ ਹੈ, ਏਕ ਨਦਰ ਕਰ ਵੇਖੈ ਸਭ ਉਪਰ, ਜੇਹਾ ਭਾਵੋ ਤੇਹਾ ਫਲ ਪਾਈਐ। ਸਤਿਗੁਰੂ ਨਾਨਕ ਸਾਹਿਬ ਮਹਾਰਾਜ ਸਾਰੀ ਸ੍ਰਿਸ਼ਟੀ ਤੇ ਇੱਕ ਨਜ਼ਰ ਦੇ ਨਾਲ ਵੇਖਦੇ ਆ, ਪਰ ਜਿੰਨੀ ਕਿਸੇ ਦੀ ਭਾਵਨਾ ਹੈ ਫਲ ਓਨਾ ਮਿਲਦਾ ਹੈ। ਜਿਹੋ ਜੀ ਕੋਈ ਭਾਵਨਾ ਲੈ ਕੇ ਗੁਰੂ ਚਰਨਾਂ ਵਿੱਚ ਆਉਂਦਾ ਹੈ। ਇਸ ਕਰਕੇ ਧੰਨ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਕਿਰਪਾ ਕਰਨ, ਸਾਡੇ ਹਿਰਦੇ ਅੰਦਰ ਜਗਤ ਗੁਰੂ ਜੀ ਦੀ ਸ਼ਰਧਾ ਬਣੇ, ਭਾਵਨਾ ਬਣੇ, ਮਹਾਰਾਜ ਸਾਹਿਬ ਜੀ ਦੀਆਂ ਬਖਸ਼ਿਸ਼ਾਂ ਪ੍ਰਾਪਤ ਹੋਣ। ਤੋ ਸਾਧ ਸੰਗਤ ਜੀ, ਜਿੱਥੇ ਆਪਾਂ ਗੁਰੂ ਚਰਨਾਂ ਦੀ ਹਾਜ਼ਰੀ ਭਰ ਰਹੇ ਹਾਂ, ਉੱਥੇ ਸਾਡੇ ਸਾਰਿਆਂ ਵਾਸਤੇ ਬਹੁਤ ਵੱਡੀ ਖੁਸ਼ੀ ਵਾਲੀ ਗੱਲ ਹੈ ਕਿ ਜੋ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਚਰਨਾਂ ਵਿੱਚ ਅਰਦਾਸ ਬੇਨਤੀ ਕਰਕੇ ਕਿਰਸਾਨਾਂ ਤੇ ਮਜ਼ਦੂਰਾਂ ਨੇ ਮੋਰਚਾ ਆਰੰਭਿਆ ਸੀ, ਉਸ ਮੋਰਚੇ ਦੀ ਸਫਲਤਾ ਹੋਈ ਹੈ, ਫਤਿਹ ਜਾਬੀ ਹੋਈ ਹੈ। ਬੋਲੇ ਸੋ ਨਿਹਾਲ। ਸਤਿ ਸ੍ਰੀ ਅਕਾਲ। ਹਰੇਕ ਨਗਰ ਦੇ ਵਿੱਚ, ਹਰੇਕ ਇਤਿਹਾਸਕ ਸਥਾਨ ਤੇ ਔਰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੱਕ, ਅਕਾਲ ਤਖਤ ਸਾਹਿਬ ਤੱਕ, ਸਾਰੇ ਗੁਰੂ ਘਰਾਂ ਵਿੱਚ ਇਸ ਮੋਰਚੇ ਦੀ ਸਫਲਤਾ ਵਾਸਤੇ ਅਰਦਾਸਾਂ ਬੇਨਤੀਆਂ ਹੋਈਆਂ। ਹਰੇਕ ਗੁਰਸਿੱਖ ਨੇ ਕੀਤੀਆਂ ਤੇ ਹਰੇਕ ਗੁਰੂ ਘਰ ਵਿੱਚ ਹੋਈਆਂ। ਗੁਰਦੁਆਰਾ ਸ੍ਰੀ ਬੇਰ ਸਾਹਿਬ ਜੀ ਵਿਖੇ ਵੀ ਰੋਜ਼ ਹੀ ਅਰਦਾਸ ਗੁਰਮੁਖ ਪਿਆਰੇ ਅਰਦਾਸੀਏ ਸਿੰਘ ਕਰਦੇ ਰਹੇ ਹਨ ਕਿ ਮਹਾਰਾਜ ਕਿਰਸਾਨੀ ਮੋਰਚੇ ਨੂੰ ਸਫਲਤਾ ਬਖਸ਼। ਤੇ ਸਤਿਗੁਰੂ ਜੀ ਨੇ ਕਿਰਪਾ ਕੀਤੀ ਹੈ, ਜ਼ਾਲਮ ਸਰਕਾਰ ਝੁਕੀ ਹੈ, ਕਿਰਸਾਨਾਂ ਦੀਆਂ ਮੰਗਾਂ ਮੰਨੀਆਂ ਗਈਆਂ ਤੇ ਅੱਗੇ ਵਾਸਤੇ ਵੀ ਮਹਾਰਾਜ ਸਾਹਿਬ ਜੀ ਸਭ ਦੇ ਵਿੱਚ ਏਕਤਾ, ਥਪਾਕ, ਪ੍ਰੇਮ, ਪਿਆਰ, ਚੜ੍ਹਦੀ ਕਲਾ, ਇਕੱਤਰਤਾ ਬਖਸ਼ਿਸ਼ ਕਰਨ। ਸੋ ਇਸ ਖੁਸ਼ੀਆਂ ਦੀ ਸਾਰੀਆਂ ਸੰਗਤਾਂ ਨੂੰ ਲੱਖ ਲੱਖ ਵਧਾਈਆਂ ਹੋਣ ਜੀ। ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਕਿਰਪਾ ਕਰਨ। ਔਰ ਇਸ ਮੋਰਚੇ ਵਿੱਚ ਜੋ 700 ਤੋਂ ਵੱਧ ਸਿੰਘਾਂ ਦੀਆਂ ਸ਼ਹੀਦੀਆਂ ਹੋਈਆਂ ਹਨ, ਉਹਨਾਂ ਨੂੰ ਸਤਿਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਆਪਣੇ ਚਰਨਾਂ 'ਚ ਥਾਂ ਬਖਸ਼ਣ, ਆਤਮਾ ਨੂੰ ਸ਼ਾਂਤੀ ਬਖਸ਼ਣ ਤੇ ਪਰਿਵਾਰਾਂ ਨੂੰ ਭਾਣਾ ਮੰਨਣ ਦਾ ਬਲ ਬਖਸ਼ਣ। ਤੋ ਲੜੀਵਾਰ ਰੂਪ ਦੇ ਵਿੱਚ
ਆਪਾਂ ਕਲਗੀਧਰ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਇਤਿਹਾਸ ਪੜ੍ਹ ਰਹੇ ਹਾਂ। ਸਤਿਗੁਰੂ ਜੀ ਚਮਕੌਰ ਨਗਰ ਦੇ ਵਿੱਚ ਪਹੁੰਚੇ ਹਨ। ਇਹ 7 ਪੋਹ ਦੀ ਸ਼ਾਮ ਦਾ ਸਮਾਂ ਹੈ, ਜਿਸ ਵੇਲੇ ਮਹਾਰਾਜ ਸਾਹਿਬ ਜੀ ਚਮਕੌਰ ਨਗਰ ਦੇ ਵਿੱਚ ਪਹੁੰਚੇ ਹਨ, ਜਿਸ ਨੂੰ ਅੱਜ ਕੱਲ੍ਹ ਆਪਾਂ ਚਮਕੌਰ ਸਾਹਿਬ ਕਹਿੰਦੇ ਹਾਂ। ਉਸ ਵੇਲੇ ਇਕੱਲਾ ਹੀ ਇਹਦਾ ਨਾਮ ਚਮਕੌਰ ਸੀ। ਸਾਹਿਬ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਇੱਥੇ ਚਰਨ ਪਏ, ਫਿਰ ਇੱਥੇ ਸ਼ਹੀਦੀਆਂ ਹੋਈਆਂ ਤੇ ਚਮਕੌਰ ਦੀ ਧਰਤੀ ਚਮਕੌਰ ਸਾਹਿਬ ਬਣ ਗਈ। ਨਗਰ ਦੇ ਵਿੱਚ ਹੀ ਥੋੜ੍ਹੀ ਦੂਰੀ ਤੋਂ ਬਾਹਰ ਬਾਗ ਹੈ ਤੇ ਉਸ ਬਾਗ ਵਿੱਚ ਮਹਾਰਾਜ ਨੇ ਉਤਾਰਾ ਕੀਤਾ ਹੈ। ਨਗਰ ਦੇ ਚੌਧਰੀ ਦੀ ਪਿੰਡ ਦੇ ਵਿੱਚ ਉੱਚੀ ਹਵੇਲੀ ਹੈ 2 ਮੰਜ਼ਲੀ, ਉੱਥੇ ਅਟਾਰੀ ਬਣੀ ਹੋਈ ਹੈ। ਤਾਂ ਮਹਾਰਾਜ ਸਾਹਿਬ ਜੀ ਨੇ 5 ਸਿੰਘਾਂ ਨੂੰ ਭੇਜਿਆ ਵੀ ਬੁਲਾ ਕੇ ਲਿਆਓ। ਚੌਧਰੀ ਜਿਵੇਂ ਆਇਆ, ਪਹਿਲਾਂ ਉਹਨੇ ਬਹਾਨਾ ਜਿਹਾ ਵੀ ਘੜਿਆ ਵੀ ਮੇਰੇ ਕੋਲੇ ਤੇ ਕੁਝ ਹੁਣ ਮੈਂ ਇੱਥੇ ਸੱਥ ਵਿੱਚ ਬੈਠਾ ਵਾਂ, ਮਹਾਰਾਜ ਨੂੰ ਮੱਥਾ ਟੇਕਣ ਵਾਸਤੇ ਕੁਝ ਨਹੀਂ ਹੈ। ਤੇ ਉਹ ਜਿਵੇਂ ਸਿੰਘਾਂ ਨੇ, ਪਿਆਰੇ ਦਇਆ ਸਿੰਘ ਜੀ ਨੇ 5 ਮੋਹਰਾਂ ਭੇਜ ਦਿੱਤੀਆਂ ਵੀ ਚੌਧਰੀ ਨੂੰ ਆਹ ਦੇ ਦਿਓ, ਉਹਨੂੰ ਕਹੋ ਵੀ ਆਓ। ਉਹ 5 ਮੋਹਰਾਂ ਭਾਈ ਦਇਆ ਸਿੰਘ ਜੀ ਦੀਆਂ ਦਿੱਤੀਆਂ ਹੋਈਆਂ ਹੀ ਚੌਧਰੀ ਨੇ ਲੈ ਕੇ ਆ ਕੇ ਕਲਗੀਧਰ ਪਾਤਸ਼ਾਹ ਨੂੰ ਨਮਸਕਾਰ ਕੀਤੀ ਹੈ ਤੇ ਸ਼ੰਕਾ ਜਿਹਾ ਧਾਰ ਕੇ ਬੈਠ ਗਿਆ ਵੀ ਹੁਣ ਮਹਾਰਾਜ ਕੋਈ ਕਹਿਣਗੇ। ਫਿਰ ਸਤਿਗੁਰਾਂ ਨੇ ਜਿਵੇਂ ਰਾਜੀ ਖੁਸ਼ੀ ਪੁੱਛੀ, ਜਿਵੇਂ ਮਹਾਰਾਜ ਨੇ ਫਿਰ ਬਚਨ ਕੀਤਾ ਵੀ ਆਹ ਜਿਹੜੀ ਸਾਹਮਣੇ ਹਵੇਲੀ ਆ ਇੱਕ ਕਿਲੇ ਜੇ ਦੇ ਰੂਪ ਦੀ ਹੈ ਤੇ ਇਹ ਸਾਨੂੰ ਵਿਖਾਓ, ਇਹਦਾ ਦਰਵਾਜ਼ਾ ਕਿਸ ਤਰ੍ਹਾਂ ਦਾ ਹੈ, ਵਿੱਚੋਂ ਕਿਵੇਂ ਬਣੀ ਹੈ, ਕਿੰਨੀ ਕੁ ਪੱਕੀ ਹੈ, ਇਹਦਾ ਦਰਵਾਜ਼ਾ ਕਿੰਨਾ ਕੁ ਪੱਕਾ ਹੈ। ਉਹ ਚੌਧਰੀ ਜ਼ਿਮੀਂਦਾਰ ਜਿਹੜਾ ਬਹੁਤਾ ਹੀ ਅੰਦਰੋਂ ਘਾਬਰਿਆ ਜਿਹਾ ਪਿਆ ਹੈ, ਡਰਦਾ ਜਿਹਾ ਹੈ, ਕੰਬਦਾ ਜਿਹਾ ਹੈ ਕਿ ਹੁਣ ਕੀ ਬਹਾਨਾ ਲਾਵਾਂ ਵੀ ਇਹਨਾਂ ਦੇ ਮਗਰ ਤੇ ਲੱਖਾਂ ਦੁਸ਼ਮਣ ਤੁਰੇ ਆਉਂਦੇ ਆ ਤੇ ਕੀ ਫਰੇਬ ਕਰਾਂ ਹੁਣ ਵੀ ਮੈਂ ਨਾ ਆਪਣੀ ਹਵੇਲੀ ਦੇਵਾਂ, ਆਪਣੀ ਅਟਾਰੀ ਨਾ ਦੇਵਾਂ। ਇਸ ਤੋਂ ਅੱਗੇ ਸਾਧ ਸੰਗਤ ਜੀ ਜਿਵੇਂ ਲੜੀਵਾਰ ਪ੍ਰਸੰਗ ਆ ਰਿਹਾ ਹੈ, ਕਲਗੀਧਰ ਪਾਤਸ਼ਾਹ ਦਾ ਧਿਆਨ ਧਰਦਿਆਂ ਹੋਏ ਆ ਇਹ ਚਮਕੌਰ ਸਾਹਿਬ ਵਿੱਚ ਜਿਵੇਂ ਗੁਰੂ ਗੋਬਿੰਦ ਸਿੰਘ ਮਹਾਰਾਜ ਪਹੁੰਚੇ ਆ ਅਨੰਦਪੁਰ ਸਾਹਿਬ ਤੋਂ, ਅਨੰਦਪੁਰ ਸਾਹਿਬ ਛੱਡ ਕੇ ਥਾਂ ਥਾਂ ਤੇ ਹੁੰਦਿਆਂ ਹੋਏ ਆ ਸਤਿਗੁਰਾਂ ਦਾ ਧਿਆਨ ਧਰਦਿਆਂ ਹੋਇਆਂ ਭਾਵਨਾ ਨਾਲ ਸਰਵਣ ਕਰੀਏ। ਉਚਾਰਨ ਕਰੋ ਜੀ, ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਮਹਾਰਾਜ ਇਹ ਦੁਰਗਲ ਜਾਣੋ। ਉਹ ਜ਼ਿਮੀਂਦਾਰ ਚੌਧਰੀ ਬੇਨਤੀ ਕਰਦਾ, ਜਿਹਦੀ ਉਹ ਹਵੇਲੀ ਹੈ ਨਾ ਕਿਲੇ ਦੇ ਤਰ੍ਹਾਂ ਬਣੀ ਹੋਈ ਹੈ, ਇੱਕ ਉੱਚੇ ਥਾਂ ਤੇ ਬਣੀ ਹੈ, ਇੱਕ ਬਣੀ ਉੱਚੀ ਹੈ, ਅਟਾਰੀ ਵਿੱਚ ਬਣੀ ਹੈ ਤੇ ਉਹ ਇੰਝ ਲੱਗਦਾ ਵੀ ਜਿਵੇਂ ਛੋਟਾ ਜਿਹਾ ਕਿਲਾ ਹੀ ਹੋਵੇ। ਤੇ ਮਹਾਰਾਜ ਸਾਹਿਬ ਜੀ ਨੇ ਜਦੋਂ ਆਖਿਆ ਤੇ ਉਹ ਬੇਨਤੀ ਕਰਦਾ, ਕਹਿੰਦਾ ਮਹਾਰਾਜ ਇਹ ਦੁਰਗ ਨਾ ਜਾਣੋ, ਇਹਨੂੰ ਦੁਰਗ ਨਾ ਜਾਣੋ, ਇਹਨੂੰ ਕਿਲਾ ਨਾ ਜਾਣੋ, ਇਹ ਕਿਲਾ ਨਹੀਂ ਹੈ। ਉਹ ਘਰ ਕੀਨਾ, ਇਹ ਤਾਂ ਮਹਾਰਾਜ ਅਸੀਂ ਵਸਣ ਵਾਸਤੇ ਘਰ ਬਣਾਇਆ, ਇਹ ਤੇ ਸਾਡਾ ਘਰ ਹੈ, ਕਿਲਾ ਨਹੀਂ ਹੈ। ਬੁਰਜ ਨਾ ਮੁਰਚਾ ਔਰ ਨਾ ਗੱਡ, ਕਿਉਂਕਿ ਉਹ ਜਾਣ ਗਿਆ ਵੀ ਮਹਾਰਾਜ ਨੇ ਤਾਂ ਹੀ ਪੁੱਛਿਆ ਇੱਥੇ ਮੋਰਚਾਬੰਦੀ ਕਰ ਲੈਣੀ ਹੈ ਗੁਰੂ ਗੋਬਿੰਦ ਸਿੰਘ ਜੀ ਨੇ। ਕਹਿੰਦਾ ਜੀ ਇਹਦੇ ਵਿੱਚ ਤਾਂ ਕੋਈ ਬੁਰਜ ਵੀ ਪੱਕੇ ਨਹੀਂ ਹਨ, ਇਹਦੇ ਵਿੱਚ ਤਾਂ ਕੋਈ ਮੋਰਚਾ ਵੀ ਨਹੀਂ ਹੈ, ਇਹਦੇ ਵਿੱਚ ਤਾਂ ਇਹਦਾ ਤਾਂ ਦਰਵਾਜ਼ਾ ਵੀ ਪੱਕਾ ਨਹੀਂ ਹੈ, ਕਰੜਾ ਨਹੀਂ ਹੈ। ਵਰਖਾ ਦੀਰਘਹੀਨਾ, ਤੇ ਇਹਦੇ ਦੁਆਲੇ ਮਹਾਰਾਜ ਗਰੀਬ ਨਵਾਜ ਖਾਈ ਵੀ ਨਹੀਂ ਹੈ। ਪਰਖਾ ਕਹਿੰਦੇ ਖਾਈ ਨੂੰ, ਜਿਵੇਂ ਕਿਲੇ ਦੇ ਦੁਆਲੇ ਟੋਆ ਜਿਹਾ ਪੁੱਟ ਕੇ ਜਿਹ 'ਚ ਪਾਣੀ ਛੱਡਿਆ ਹੁੰਦਾ ਉਹਨੂੰ ਖਾਈ ਕਹਿ ਦਿੰਦੇ ਆ ਵੀ ਬਾਹਰੋਂ ਭੱਜਾ ਆਉਂਦਾ ਦੁਸ਼ਮਣ ਜਿਹੜਾ ਛੇਤੀ ਨਾਲ ਕਿਲੇ ਵਿੱਚ ਨਾ ਵੜ ਸਕੇ। ਜਿਵੇਂ ਮਹਾਰਾਜ ਨੇ ਗੁਰਬਾਣੀ ਦੇ ਵਿੱਚ ਰਾਵਣ ਦੀ ਲੰਕਾ ਦਾ ਜ਼ਿਕਰ ਕਰਦਿਆਂ ਹੋਇਆ ਆਖਿਆ, ਲੰਕਾ ਸਾ ਕੋਟ ਸਮੁੰਦ ਸੀ ਖਾਈ, ਵੀ ਉਹਦੀ ਸਮੁੰਦਰ ਹੀ ਖਾਈ ਸੀ, ਇਸ ਵੀ ਸਮੁੰਦਰ ਕਿੰਨਾ ਪਾਣੀ ਨਾਲ ਭਰਿਆ ਹੋਇਆ, ਵੀ ਲੰਕਾ ਦੇ ਖਾਈ ਜਿਹੜੀ ਉਹ ਸਮੁੰਦਰ ਹੀ ਸੀ। ਇੱਥੇ ਚੌਧਰੀ ਕਹਿੰਦਾ ਵੀ ਮਹਾਰਾਜ ਇਹਦੇ ਆਲੇ ਦੁਆਲੇ ਤੇ ਕੋਈ ਖਾਈ ਵੀ ਨਹੀਂ ਹੈ। ਅਟਾਰੀ ਇਹ ਜੋ ਦੀਖਤ, ਇਹ ਤਾਂ ਇੱਕ ਅਟਾਰੀ ਹੈ, ਉੱਚੀ ਮਹਾਰਾਜ ਹਵੇਲੀ ਹੈ ਜਿਹੜੀ ਦਿਸ ਰਹੀ ਹੈ। ਕਾਮ ਨ ਲੱਭੇ ਤੇਰੀ, ਮਹਾਰਾਜ ਇਹ ਜੰਗ ਕਰਨ ਦੇ ਕੰਮ ਨਹੀਂ ਆਵੇਗੀ। ਦੁਇ ਤ੍ਰੈ ਘਰ ਜਾਟਨ ਕੇ ਅੰਦਰ, ਇਹਦੇ ਵਿੱਚ ਤੇ ਮਹਾਰਾਜ 2-3 ਘਰ ਜ਼ਿਮੀਂਦਾਰਾਂ ਦੇ ਹਨ ਜੱਟਾਂ ਦੇ ਅੰਦਰ। ਵਾਟੀ ਭਰਾਤ ਨਵੇਰੀ, ਤੇ ਉਹਨਾਂ ਨੇ ਮਹਾਰਾਜ ਤਿੰਨਾਂ ਜਿਹੜੇ ਭਰਾਵਾਂ ਨੇ ਵੰਡੀ ਹੋਈ ਹੈ, 2-3 ਭਰਾ ਰਹਿੰਦੇ ਇਹਦੇ ਵਿੱਚ। ਤੇ ਕਹਿੰਦਾ ਹੈ ਜੀ ਇਹ ਮੇਰੇ ਨਗਰ ਦੇ ਜਿਹੜੇ ਇਹ ਅਟਾਰੀ ਹੈ
ਇਹ ਦੋਹਾਂ ਤਿੰਨਾਂ ਭਰਾਵਾਂ ਨੇ ਵੰਡੀ ਹੋਈ ਹੈ। ਪੰਜ ਤ੍ਰਿਯਨ ਕੋ ਪਰਦਾ ਰਾਖੈ। ਤੇ ਫਿਰ ਮਹਾਰਾਜ ਇਹ ਜਿਹੜੀ ਅਟਾਰੀ ਦੇ ਇਸਤਰੀ ਇਹਦੇ ਵਿੱਚ ਇਸਤਰੀਆਂ ਰਹਿੰਦੀਆਂ ਹਨ ਤੇ ਉਹ ਸਮੂਹ ਇਸਤਰੀਆਂ ਦਾ ਜਿਹੜਾ ਉਹ ਪਰਦੇ ਵਿੱਚ ਰੱਖੀਦਾ ਹੈ। ਉਹ ਪਰਦੇ 'ਚ ਰਹਿੰਦੀਆਂ ਹਨ ਵੀ ਉਧਰਲੇ ਪਾਸੇ ਉਹ ਪਰਦੇ ਵਿੱਚ ਇਸਤਰੀਆਂ ਰਹਿੰਦੀਆਂ ਹਨ। ਬਸੈ ਇਸੀ ਕੇ ਮਾਹੀ। ਇਸ ਅਟਾਰੀ ਦੇ ਵਿੱਚ ਇਸਤਰੀਆਂ ਰਹਿੰਦੀਆਂ ਹਨ। ਨਾਹੀ ਤਮੈ ਤੁਮ ਕੋ ਲੈ ਚਾਲਤ। ਮਹਾਰਾਜ ਨਹੀਂ ਤੇ ਮੈਂ ਇਸ ਅਟਾਰੀ ਵਿੱਚ ਤੁਹਾਨੂੰ ਲੈ ਜਾਂਦਾ। ਇਹ ਜ਼ਿਮੀਂਦਾਰਾਂ ਦੋਹਾਂ ਤਿੰਨਾਂ ਭਰਾਵਾਂ ਦਾ ਘਰ ਹੈ ਤੇ ਮੈਂ ਲਿਜਾ ਨਹੀਂ ਸਕਦਾ। ਇਹਦੇ ਵਿੱਚ ਇਸਤਰੀਆਂ ਵੀ ਹਨ। ਵੇਖਣ ਅਡਕ ਕਿਛ ਨਾਹੀ। ਨਹੀਂ ਤਾਂ ਮਹਾਰਾਜ ਮੈਂ ਲੈ ਜਾਣਾ ਸੀ ਤੁਹਾਨੂੰ। ਵੇਖਣ ਵਿੱਚ ਕੋਈ ਰੋਕ ਨਹੀਂ ਹੋਣੀ ਸੀ, ਕੋਈ ਅਟਕ ਨਹੀਂ ਹੋਣੀ ਸੀ। ਬਹੁ ਭਰਾਤਨ ਕੋ ਸਾਂਝਾ ਘਰ ਹੈ। ਇਹ ਤਾਂ ਬਹੁਤੇ ਭਰਾਵਾਂ ਦਾ ਸਾਂਝਾ ਘਰ ਹੈ ਜੀ। ਪਰਵਿਸ਼ ਨ ਪੁਰਖ ਬਿਰਾਮਿਆ। ਇਹਦੇ ਵਿੱਚ ਤਾਂ ਬਗਾਨੇ ਪੁਰਖ ਨੂੰ ਪ੍ਰਵੇਸ਼ ਨਹੀਂ ਕਰਨ ਦਿੱਤਾ ਜਾਂਦਾ। ਇਸ ਕਰਕੇ ਤੁਹਾਨੂੰ ਮੈਂ ਨਹੀਂ ਲਿਜਾ ਸਕਦਾ। ਬੜੇ ਹਮਾਰੇ ਹੇਤ ਮਰਜ਼ਾਦਾ। ਇਹ ਮਹਾਰਾਜ ਸਾਡੇ ਵੱਡਿਆਂ ਦੀ ਮਰਿਆਦਾ ਹੈ। ਅਸੀਂ ਬਗਾਨੇ ਪੁਰਖ ਨੂੰ ਅੰਦਰ ਨਹੀਂ ਖੜਦੇ ਹਾਂ। ਇੱਥੇ ਇਸਤਰੀਆਂ ਰਹਿੰਦੀਆਂ ਹਨ। ਇਹ ਸਾਡੇ ਨਗਰ ਦੀ, ਸਾਡੇ ਵੱਡਿਆਂ ਦੀ ਮਰਿਆਦਾ ਹੈ। ਪ੍ਰਥਮੈ ਨੇਮ ਬਖਾਨਾ। ਇਹ ਤਾਂ ਜੀ ਪਹਿਲਾਂ ਦਾ ਹੀ ਨੇਮ ਚੱਲਿਆ ਆਉਂਦਾ ਹੈ। ਇਹ ਨੇਮ ਕਿਹਾ ਹੈ ਕਿ ਜੋ ਓਪਰਾ ਆਦਮੀ ਹੈ ਉਹਨੂੰ ਅੰਦਰ ਨਹੀਂ ਵੜਨ ਦੇਣਾ ਹੈ। ਲਰਬੇ ਉਚਿਤ ਹੁਤੋ ਜੀ ਘੜੇ। ਮਹਾਰਾਜ ਇੱਕ ਤੇ ਇਹ ਕਾਰਨ ਹੈ। ਦੂਸਰਾ ਵੀ ਜੇ ਲੜਨ ਦੇ ਯੋਗ ਹੁੰਦਾ ਇਹ ਕਿਲਾ ਚਿੰਤਾ ਹੋਤ ਨ ਕੋਈ। ਫਿਰ ਮਹਾਰਾਜ ਕੋਈ ਚਿੰਤਾ ਨਹੀਂ ਹੋਣੀ ਸੀ। ਮੈਂ ਆਪ ਜੀ ਨੂੰ ਇਹ ਹਵੇਲੀ ਲੈ ਦੇਣੀ ਸੀ। ਤੁਮ ਦੇ ਆਛੋ ਵਪਰ ਕੌਣ ਹੋਏ। ਨਾਲੇ ਮਹਾਰਾਜ ਤੁਹਾਡੇ ਤੋਂ ਚੰਗਾ ਸਾਡੇ ਵਾਸਤੇ ਕੌਣ ਹੋ ਸਕਦਾ। ਤੁਸੀਂ ਸਭ ਤੋਂ ਚੰਗੇ ਹੋ ਮਹਾਰਾਜ। ਅਸੀਂ ਤੁਹਾਨੂੰ ਕਿਵੇਂ, ਨਾਲੇ ਤੇ ਦਿੰਦਾ ਨਹੀਂ, ਹਾਂ ਵੀ ਨਹੀਂ ਕਰਦਾ ਤੇ ਨਾਲੇ ਕਹਿੰਦਾ ਮਹਾਰਾਜ ਤੁਹਾਡੇ ਤੋਂ ਜੇ ਚੰਗਾ ਸਾਨੂੰ ਕੌਣ ਹੋਣਾ ਸੀ। ਜੇ ਲੜਨ ਦੇ ਯੋਗ ਹੁੰਦੀ ਤੇ ਅਸੀਂ ਦੇ ਦੇਣੀ ਸੀ ਹਵੇਲੀ। ਜਿਸ ਹਿਤ ਰਾਖਤ ਗੋਈ। ਮਹਾਰਾਜ ਜਿਸ ਵਾਸਤੇ ਅਸੀਂ ਇਹਨੂੰ ਗੋਈ ਛੁਪਾ ਕੇ ਰੱਖਦੇ ਵੀ ਨਾ ਦਿੰਦੇ। ਤੋ ਇਸ ਤਰੀਕੇ ਦੇ ਨਾਲ ਇਹ ਮਹਾਰਾਜ ਇਹ ਲੜਨ ਦੇ ਯੋਗ ਹੀ ਨਹੀਂ ਹੈ। ਲੜਾਈ ਕਰਨ ਦੇ ਯੋਗ ਹੀ ਨਹੀਂ ਹੈ। ਵੀ ਬਹਾਨਾ ਜਿਹਾ ਬਣਾਈ ਜਾਂਦਾ ਵੀ ਨਾ ਹੀ ਗੁਰੂ ਸਾਹਿਬ ਜੀ ਜਾਣ ਇਸ ਹਵੇਲੀ ਵਿੱਚ। ਮਹਾ ਚਤੁਰ ਸਤਿਗੁਰ ਨਿਤ ਬੁੱਧ ਕੇ। ਤੇ ਸਤਿਗੁਰੂ ਮਹਾ ਚਤੁਰ ਵਾ। ਸਤਿਗੁਰੂ ਖਜ਼ਾਨਾ ਵਾ ਬੁੱਧੀ ਦੇ। ਮਹਾਨ ਬੁੱਧੀਮਾਨ ਤੇ ਮਹਾਨ ਚਤੁਰ ਹਨ। ਤੇ ਸਤਿਗੁਰਾਂ ਦੇ ਨਾਲ ਛਾਲੇ ਕਿਵੇਂ ਕਰ ਸਕਦਾ ਹੈ। ਲੱਖ ਭਰੇ ਹੋਏ ਠਾਡੇ। ਮਹਾਰਾਜ ਜਾਣਿਆ ਵੀ ਇਹ ਚੌਧਰੀ ਨਹੀਂ ਸਮਝਦਾ। ਇਹਦਾ ਫਰੇਬ ਜਿਹਾ ਮਹਾਰਾਜ ਜਾਣ ਕੇ ਤੇ ਫਿਰ ਖਲੋ ਗਏ ਉਸ ਵੇਲੇ। ਸਿੰਘਨ ਤੇ ਪਕੜਾਏ ਜਾੜਕੋ। ਤੇ ਮਹਾਰਾਜ ਸਾਹਿਬ ਨੇ ਉਹ ਜ਼ਿਮੀਂਦਾਰ ਨੂੰ ਨਾ ਸਿੰਘਾਂ ਨੂੰ ਕਹਿ ਦਿੱਤਾ ਵੀ ਇਹਨੂੰ ਫੜ ਲਓ। ਇਹ ਉਤਰਾ ਨਹੀਂ ਮੰਨਦਾ, ਇਹਨੂੰ ਫੜ ਲਓ ਭਾਈ। ਤਾਂ ਸਿੰਘਾਂ ਨੂੰ ਕਹਿ ਕੇ ਉਹਨੂੰ ਫੜਾ ਦਿੱਤਾ ਹੈ। ਮੈਂ ਛੂਟੈ ਗੱਡ ਗੱਡੇ। ਮਹਾਰਾਜ ਕਹਿੰਦੇ ਮੁਸ਼ਕਾਂ ਚਾੜ ਦੋ ਇਹਦੀਆਂ, ਚੰਗੀ ਤਰ੍ਹਾਂ ਬੰਨ ਲਓ ਇਹਨੂੰ, ਇਹ ਛੁੱਟੇ ਨਾ। ਇਹਨੂੰ ਬੰਨ ਕੇ ਲੈ ਚੱਲੋ ਨਾਲ। ਸੰਗ ਸ਼ੀਗਰ ਦਾ ਚੜੇ ਦੁਰੰਗਮ। ਸਤਿਗੁਰੂ ਜੀ ਨੇ ਸਿੰਘਾਂ ਨੂੰ ਇਸ ਤਰ੍ਹਾਂ ਹੁਕਮ ਕਰ ਦਿੱਤਾ ਤੇ ਆਪ ਛੇਤੀ ਨਾਲ ਮਾਰ ਕੇ ਪਲਾਕੀ ਘੋੜੇ ਤੇ ਚੜ ਗਏ। ਚੱਲੇ ਗਰਾਮ ਕੋ ਆਏ। ਉਹਨੂੰ ਵੀ ਨਾਲ ਹੀ ਲੈ ਲਿਆ, ਨਾਲੇ ਉਹਦੀਆਂ ਬਾਹਾਂ ਬੰਨੀਆਂ ਹੋਈਆਂ। ਤੇ ਮਹਾਰਾਜ ਸਾਹਿਬ ਜੀ ਹੁਣ ਪਿੰਡ ਨੂੰ ਆ ਗਏ। ਦੁਰਬਲ ਜਾਟ ਪਿਖਿਓ ਇੱਕ ਆਗੇ। ਅਗਲੇ ਪਾਸੇ ਜਦੋਂ ਨਗਰ ਵਿੱਚ ਆਏ ਆ ਤੇ ਇੱਕ ਕਮਜ਼ੋਰ ਜਿਹਾ ਲਿੱਸਾ ਜਿਹਾ ਜ਼ਿਮੀਂਦਾਰ ਜੱਟ ਵੇਖਿਆ ਹੈ। ਤੇ ਸੋ ਪ੍ਰਭੂ ਹਰਾਏ। ਤੇ ਉਸ ਜ਼ਿਮੀਂਦਾਰ ਦੇ ਨਾਲ ਕਲਗੀਧਰ ਪਾਤਸ਼ਾਹ ਨੇ ਬਚਨ ਕੀਤਾ। ਕਹਾਂ ਦੁਰਗ ਕੋ ਔਰ ਬਤਾਓ। ਮਹਾਰਾਜ ਕਹਿਣ ਲੱਗੇ ਵੀ ਇਸ ਕਿਲੇ ਦਾ ਜਿਹੜਾ ਦਰਵਾਜ਼ਾ ਉਹ ਕਿੱਥੇ, ਉਹ ਦੱਸੋ। ਚੱਲ ਆਗੇ ਖੁਲਵਾਓ। ਭਾਈ ਅੱਗੇ ਚੱਲੋ ਤੇ ਜਾ ਕੇ ਤੇ ਕਿਲੇ ਦਾ ਦਰਵਾਜ਼ਾ, ਹਵੇਲੀ ਦਾ ਦਰਵਾਜ਼ਾ ਖੁਲਾਓ। ਢੇਰਨ ਹੇਤ ਹਮੋਨੇ ਬਰਨਿਓ। ਮਹਾਰਾਜ ਕਹਿੰਦੇ ਅਸੀਂ ਇਹ ਵੇਖਣਾ ਵਾ ਕਿਲਾ। ਇਹ ਜਿਹੜੀ ਉੱਚੀ ਅਟਾਰੀ ਬਣੀ, ਹਵੇਲੀ ਬਣੀ ਆ ਨਾ, ਇਹ ਕਿਲੇ ਦੇ ਰੂਪ ਵਾਲੀ, ਤੇ ਇਹਨੂੰ ਅਸੀਂ ਵੇਖਣਾ, ਇਸ ਕਰਕੇ ਆਖਿਆ ਹੈ। ਸਗਲ ਭੇਤ ਸਮਝਾਓ। ਨਾਲੇ ਤੇ ਦਰਵਾਜ਼ਾ ਖੋਲੋ ਤੇ ਨਾਲੇ ਸਾਰੇ ਅੰਦਰੋਂ ਸਮਝਾਓ ਵੀ ਕਿਹੜੇ ਪਾਸੇ ਦਰਵਾਜ਼ਾ, ਕਿਹੜੇ ਪਾਸੇ ਕੀ ਕੁਝ ਵਾ ਇਹਦੇ ਵਿੱਚ। ਉਹ ਸਾਰੀ ਇਹ ਹਵੇਲੀ ਦੇ ਬਾਰੇ, ਇਸ ਕਿਲੇ ਦੇ ਬਾਰੇ ਦੱਸੋ। ਹਾਥ ਜੋੜ ਬੋਲਿਓ ਸੁਣ ਪ੍ਰਭ ਜੀ। ਉਹ ਜਿਹੜਾ ਲਿੱਸਾ ਜਿਹਾ ਮਿਲਿਆ ਨਾ ਜ਼ਿਮੀਂਦਾਰ ਅਗਲੇ ਪਾਸੇ ਨਗਰ ਦੇ ਵਿੱਚ,
ਉਹਨੇ ਹੱਥ ਜੋੜੇ ਅਤੇ ਹੱਥ ਜੋੜ ਕੇ ਮਹਾਰਾਜ ਨੂੰ ਕਹਿਣ ਲੱਗਾ ਵੀ ਹੇ ਪ੍ਰਭੂ ਜੀ, ਮੈਂ ਮਾਲਕ ਅਧ ਕੇਲੋ। ਕਹਿੰਦਾ ਇਹ ਸਾਡੀ ਹਵੇਲੀ ਆ ਮਹਾਰਾਜ, ਪਰ ਮੈਂ ਅੱਧੀ ਹਵੇਲੀ ਦਾ ਮਾਲਕ ਵਾਂ, ਅੱਧੀ ਦੂਜੇ ਭਰਾਵਾਂ ਦੀ ਆ, ਅੱਧੀ ਹਵੇਲੀ ਦਾ ਮੈਂ ਮਾਲਕ ਹਾਂ। ਘਰ ਦਾਰਦ ਸਭ ਕੁਝ ਤੰਗ ਹੈ। ਤੇ ਕਹਿੰਦਾ ਮਹਾਰਾਜ ਘਰ ਦੇ ਵਿੱਚ ਨਾ ਗੁਜ਼ਾਰਾ ਬੜਾ ਤੰਗੀ ਨਾਲ ਹੀ ਚੱਲਦਾ ਹੈ, ਮੇਰੇ ਘਰ 'ਚ ਦਲਿੱਦਰ ਬੜਾ, ਗਰੀਬੀ ਬੜੀ ਹੈ ਤੇ ਗੁਜ਼ਾਰਾ ਮਸਾਂ ਹੀ ਚੱਲਦਾ ਹੈ। ਵਧਿਓ ਸ਼ਰੀਕਾ ਮੇਰੋ। ਮਹਾਰਾਜ ਮੈਂ ਤੇ ਢਿੱਲਾ ਮਠਾਈਆਂ, ਗਰੀਬੀ ਦਾ ਵਾਈ ਆ ਮੇਰਾ, ਤੇ ਜਿਹੜਾ ਮੇਰਾ ਬਾਕੀ ਭਾਈਚਾਰਾ ਸ਼ਰੀਕਾ ਉਹ ਵੱਧ ਗਿਆ ਵਾ, ਭਾਵ ਉਹ ਅਮੀਰ ਹੋ ਗਏ, ਉਹਨਾਂ ਕੋਲੇ ਧਨ ਪਦਾਰਥ ਬਹੁਤਾ ਵਾ ਤੇ ਮੈਂ ਤਾਂ ਗਰੀਬ ਹਾਂ। ਜੇ ਕੁਛ ਦਰਬ ਦੇਹੋ ਅਬ ਮੋਕੋ। ਤੇ ਮਹਾਰਾਜ ਜੇ ਕੋਈ ਰੁਪਈਏ ਦੇ ਦਿਓ ਮੈਨੂੰ ਤੁਸੀਂ ਥੋੜੇ ਬਹੁਤੇ, ਮੈਨੂੰ ਜੇ ਆਪ ਜੀ ਕੁਝ ਮਾਇਆ ਦੇ ਦੇਵੋ। ਗੜ ਦੇਹੋ ਤੁਮ ਤਾਈ। ਤੇ ਮਹਾਰਾਜ ਇਹ ਹਵੇਲੀ ਜਿਹੜੀ ਕਿਲੇ ਦੇ ਰੂਪ ਵਾਲੀ ਤੁਸੀਂ ਕਹਿੰਦੇ ਹੋ, ਇਹ ਮੈਂ ਤੁਹਾਨੂੰ ਦੇ ਦੇਵਾਂਗਾ ਪੱਕੀ ਹੀ। ਜੇ ਖੁੱਲ ਹੈ ਨਹੀਂ ਭਰਾਤ ਦੁਆਰਾ। ਮਹਾਰਾਜ ਇਹ ਦੂਜੇ ਮੇਰੇ ਭਰਾ ਦਰਵਾਜ਼ਾ ਨਹੀਂ ਖੋਲਣਗੇ। ਫਿਰ ਅੰਦਰ ਦਿੜ ਦਾਈ। ਜੇ ਅੰਦਰ ਉਹ ਡਿੱਢ ਤਾਈ ਪਕਿਆਈ ਵੀ ਕਰ ਲੈਣ, ਚੰਗੀ ਤਰ੍ਹਾਂ ਤਕੜਾਈ ਕਰਕੇ ਠਹਿਰਨਗੇ ਵੀ ਅਸੀਂ ਦਰਵਾਜ਼ਾ ਨਹੀਂ ਖੋਲਣਾ। ਮਮ ਘਰ ਮੈਂ ਇੱਕ ਅਲਪ ਦਵਾਰ ਹੈ। ਪਰ ਜਿਹੜੇ ਪਾਸੇ ਇਸ ਹਵੇਲੀ ਵਿੱਚ ਮਹਾਰਾਜ ਮੇਰਾ ਘਰ ਹੈ ਨਾ, ਉਧਰ ਵੀ ਇੱਕ ਛੋਟਾ ਜਿਹਾ ਦਰਵਾਜ਼ਾ ਹੈਗਾ, ਮੇਰੇ ਘਰ ਵਾਲੇ ਪਾਸੇ ਵੀ ਇੱਕ ਨਿੱਕਾ ਜਿਹਾ ਦਰਵਾਜ਼ਾ ਹੈ। ਤਹਿ ਕੋ ਕਰੋ ਪਰਵੇਸ਼ਾ। ਤੇ ਮਹਾਰਾਜ ਮੈਂ ਖੋਲ ਦੇਵਾਂਗਾ ਆਪਣਾ ਦਰਵਾਜ਼ਾ, ਤੇ ਤੁਸੀਂ ਨਿੱਕੇ ਦਰਵਾਜ਼ੇ ਥਾਣੀ ਅੰਦਰ ਚਲੇ ਜਿਓ ਹਵੇਲੀ ਵਿੱਚ। ਭੀਤਰ ਹਵੈ ਤੁਮ ਬਿਗਦਰ ਲਾਇਕ। ਤੇ ਮਹਾਰਾਜ ਵਿੱਚ ਜਾ ਕੇ ਤੁਸੀਂ ਵੇਖ ਲਿਓ ਵੀ ਤੁਹਾਡੇ ਲਾਇਕ ਹੈ, ਤੁਹਾਡੇ ਯੋਗ ਹੈ। ਚਾਹੋ ਕਰੋ ਕ੍ਰਿਤ ਤੈਸਾ। ਫਿਰ ਜੋ ਤੁਸੀਂ ਚਾਹੁੰਦੇ ਹੋ ਉਸ ਤਰ੍ਹਾਂ ਕਿਰਤ ਕਰ ਲਿਓ, ਉਸ ਤਰ੍ਹਾਂ ਜੋ ਕੰਮ ਕਰਨਾ ਇਹਦੇ ਵਿੱਚ ਬੈਠ ਕੇ ਕਰ ਲਿਓ ਆਪਣਾ ਕਾਰਜ। ਸੁਨ ਸ੍ਰੀ ਪ੍ਰਭ ਤਰਕਸ ਤੇ। ਤਾਂ ਉਸ ਵੇਲੇ ਸ੍ਰੀ ਪ੍ਰਭੂ ਜੀ ਨੇ ਸੁਣ ਕਰਕੇ ਆਪਣੇ ਭੱਥੇ ਦੇ ਵਿੱਚੋਂ ਬਾਹਰ ਮੋਹਰ 50 ਨਿਕਾਰੀ। ਤੇ ਮਹਾਰਾਜ ਨੇ ਆਪਣੇ ਭੱਥੇ ਵਿੱਚ ਹੀ ਮੋਹਰਾਂ ਪਾਈਆਂ ਹੋਈਆਂ ਸੀ ਸਾਧ ਸੰਗਤ। ਹੁਣ ਗਰੀਬ ਨਵਾਜ ਤੇ ਜਿੱਥੋਂ ਮਰਜ਼ੀ ਮੋਹਰਾਂ ਪ੍ਰਗਟ ਕਰ ਦੇਣ, ਤੇ ਮਹਾਰਾਜ ਸਾਹਿਬ ਨੇ ਤੀਰਾਂ ਵਾਲੇ ਭੱਥੇ ਦੇ ਵਿੱਚੋਂ ਫਿਰ 50 ਮੋਹਰਾਂ ਕੱਢੀਆਂ ਸੋਨੇ ਦੀਆਂ, 50 ਮੋਹਰਾਂ। ਤਾਂ ਗਰੀਬ ਨਵਾਜ ਸਾਹਿਬ ਜੀ ਨੇ ਉਹ 50 ਮੋਹਰਾਂ ਜਿਹੜੀਆਂ ਉਹ ਬਾਹਰ ਕੱਢੀਆਂ ਹਨ ਭੱਥੇ ਦੇ ਵਿੱਚੋਂ। ਦੁਰਬਲ ਜ਼ਿਮੀਦਾਰ ਕਰ ਦੀਨਸ। ਇਹ ਜਿਹੜਾ ਕਮਜ਼ੋਰ ਜਿਹਾ ਜ਼ਿਮੀਦਾਰ ਹੈ ਨਾ, ਦੁਰਬਲ ਇਹ ਵੀ ਹੋ ਸਕਦਾ ਵੀ ਦੁਰਬਲ ਦਾ ਅਰਥ ਬਾਹਰੀ ਤੌਰ ਤੇ ਵੀ ਕਮਜ਼ੋਰ, ਸਰੀਰਕ ਤੌਰ ਤੇ ਵੀ, ਤੇ ਉਂਝ ਵੀ ਦੁਰਬਲ ਵੀ ਗਰੀਬ, ਗਰੀਬ ਵੀ ਧਨ ਪਦਾਰਥ ਨਹੀਂ। ਜਿਵੇਂ ਉਹਨੇ ਬੇਨਤੀ ਕਰ ਹੀ ਦਿੱਤੀ ਵੀ ਮਹਾਰਾਜ ਮੇਰੇ ਤੇ ਘਰ ਦੀ ਤੰਗੀ ਬੜੀ ਚੱਲਣ ਰਹੀ ਆ, ਤੇ ਗੁਜ਼ਾਰਾ ਬੜਾ ਮੁਸ਼ਕਲ ਨਾਲ ਹੀ ਹੁੰਦਾ ਵਾ, ਤੇ ਜੇ ਕੁਝ ਰੁਪਈਏ ਦੇ ਦਿਓ ਤੇ ਮੈਂ ਤੁਹਾਨੂੰ ਦੇ ਦੇਣਾ ਹਵੇਲੀ। ਤੇ ਹੁਣ ਸਤਿਗੁਰੂ ਸਾਹਿਬ ਜੀ ਨੇ ਦੁਰਬਲ ਜ਼ਿਮੀਦਾਰ ਕਰ ਦੀਨ, ਸੋ 50 ਮੋਹਰਾਂ ਇਸ ਕਮਜ਼ੋਰ ਜ਼ਿਮੀਦਾਰ ਦੇ ਹੱਥ ਵਿੱਚ ਦੇ ਦਿੱਤੀਆਂ। ਹਰਕੰਦ ਚੱਲਿਓ ਅਗਾਰੀ। ਉਹ ਤੇ ਖੁਸ਼ ਹੋ ਗਿਆ ਜੀ, ਬੜਾ ਖੁਸ਼ ਹੋ ਗਿਆ। ਉਹ ਤੇ ਕੱਛਾਂ ਮਾਰਦਾ ਜਾਂਦਾ ਅੱਗੇ ਅੱਗੇ, ਉਹਨੂੰ 50 ਸੋਨੇ ਦੀਆਂ ਮੋਹਰਾਂ ਮਿਲ ਗਈਆਂ। ਇਸ ਕਰਕੇ ਉਹ ਬਹੁਤ ਪ੍ਰਸੰਨਤਾ ਦੇ ਨਾਲ ਅੱਗੇ ਅੱਗੇ ਚੱਲ ਪਿਆ। ਗਏ ਪੌਰ ਕੀ ਠੋਰ ਨਿਹਾਰੀ। ਤਾਂ ਉਹਨੇ ਜਾ ਕਰਕੇ ਦਰਵਾਜ਼ੇ ਦੀ ਜਿਹੜੀ ਜਗ੍ਹਾ ਹੈ ਉਹ ਵੇਖੀ ਹੈ, ਅਪਰ ਸਕਲ ਤਕਰਾਈ। ਵੀ ਬਾਕੀ ਤਾਂ ਸਾਰੇ ਪਾਸੇ ਬੜੀ ਤਕੜਾਈ ਕੀਤੀ ਹੋਈ ਹੈ। ਕਰੇ ਕਿਵਾਰ ਅਸੰਜਤ ਗਾਡੇ। ਤੇ ਦਰਵਾਜ਼ੇ ਜਿਹੜੇ ਹਨ ਉਹ ਚੰਗੀ ਤਰ੍ਹਾਂ ਕਰੜੇ ਕਰਕੇ ਬੰਦ ਕੀਤੇ ਹੋਏ ਹਨ। ਹੋਏ ਅੰਦਰ ਦਿੜਦਾਈ। ਅੰਦਰ ਬਾਹਰੋਂ ਵੱਡਾ ਦਰਵਾਜ਼ਾ ਉਹ ਪੱਕਾ ਕੀਤਾ ਹੋਇਆ ਬੰਦ। ਰਹਿਓ ਖੁਲਾਈ ਜਾਟ ਜੋ ਦੁਰਬਲ। ਉਹ ਕਮਜ਼ੋਰ ਜ਼ਿਮੀਦਾਰ ਖੁਲਾ ਰਿਹਾ ਹੈ ਕਹਿ ਕਰਕੇ। ਅੰਦਰ ਕੀਨਹਿ ਮਨ। ਜਿਹੜਾ ਵੱਡਾ ਦਰਵਾਜ਼ਾ ਸੀ ਉਹ ਦੂਜੇ ਭਰਾਵਾਂ ਵਾਲੇ ਪਾਸੇ ਸੀ, ਪਰ ਉਹ ਮੰਨਦੇ ਨਹੀਂ, ਉਹ ਖੋਲਦੇ ਨਹੀਂ ਹਨ। ਸਿੰਘਨ ਭਲਿਓ ਹਨੈ ਇਹ ਮਾਲਕ। ਸਿੰਘਾਂ ਨੇ ਆਖਿਆ ਵੀ ਇਹ ਮਾਲਕ ਵਾ, ਤੁਸੀਂ ਦਰਵਾਜ਼ਾ ਕਿਉਂ ਨਹੀਂ ਖੋਲਦੇ ਹੋ, ਖੋਲੋ ਇਹ ਮਾਲਕ ਹੈ। ਪਕੜਿਓ ਲੇਹੋ ਪਛਾਨੈ। ਤੇ ਜਿਹੜਾ ਦੂਸਰਾ ਜਿਹਦੀਆਂ ਬਾਹਾਂ ਬੰਨੀਆਂ ਹੋਈਆਂ ਸੀ ਨਾ, ਮੁਸ਼ਕਾਂ ਚਾੜੀਆਂ ਸੀ, ਕਹਿੰਦੇ ਆ ਜਿਹੜਾ ਮਾਲਕ ਵਾ ਉਹਨੂੰ ਵੀ ਅਸੀਂ ਨਾਲ ਹੀ ਫੜ ਕੇ ਲਿਆਏ ਆ, ਤੇ ਇਹਨੂੰ ਪਛਾਣ ਲਓ ਤੇ ਪਛਾਣ ਕੇ ਦਰਵਾਜ਼ਾ ਖੋਲ ਦੇਵੋ। ਪਕੜੋ ਮਾਰੋ ਤਉ ਨ ਖੋਲੈ।
ਪਰ ਅੰਦਰ ਵਾਲੇ ਜਿਹੜੇ ਆ ਉਹਨਾਂ ਨੇ ਵੱਡਾ ਦਰਵਾਜ਼ਾ ਚੰਗੀ ਤਰ੍ਹਾਂ ਬੰਦ ਕੀਤਾ। ਉਹ ਕਹਿੰਦੇ ਭਾਵੇਂ ਜਿਹੜਾ ਸਾਡਾ ਇਹ ਤੁਸੀਂ ਇਹ ਮਾਲਕ ਫੜਿਆ ਹੋਇਆ ਨਾ, ਭਾਵੇਂ ਇਹਨੂੰ ਫੜੀ ਰੱਖੋ ਤੇ ਭਾਵੇਂ ਇਹਨੂੰ ਮਾਰ ਦਿਓ, ਅਸੀਂ ਨਹੀਂ ਜੇ ਦਰਵਾਜ਼ਾ ਖੋਲ੍ਹਣਾ। ਇਹ ਸਾਧ ਸੰਗਤ ਜੀ, ਇਹ ਕਲਗੀਧਰ ਪਾਤਸ਼ਾਹ ਦਾ ਸਮਾਂ ਵੇਖ ਲਓ। ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਆਪ ਆ ਬਾਹਰ ਖਲੋਤੇ ਸਿੰਘਾਂ ਦੇ ਨਾਲ, ਤੇ ਪਰਿਵਾਰ ਕਹਿੰਦਾ ਵੀ ਭਾਵੇਂ ਤੁਸੀਂ ਇਹਨੂੰ ਮਾਰ ਦਿਓ ਸਾਡੇ ਬੰਦੇ ਨੂੰ, ਤੇ ਭਾਵੇਂ ਛੱਡ ਦਿਓ, ਪਰ ਅਸੀਂ ਦਰਵਾਜ਼ਾ ਨਹੀਂ ਤੁਹਾਡੇ ਵਾਸਤੇ ਖੋਲ੍ਹਣਾ। ਤੇ ਇਹ ਕੁਝ 84 ਦੇ ਵਿੱਚ ਹੋਇਆ ਸੀ ਗੁਰੂ ਕੇ ਖਾਲਸੇ ਦੇ ਨਾਲ। 84 ਤੋਂ ਬਾਅਦ ਵੀ 96 97 ਤੱਕ ਵੀ ਸਿੰਘਾਂ ਵਾਸਤੇ ਦਰਵਾਜ਼ੇ ਨਹੀਂ ਸੀ ਖੁੱਲ੍ਹਦੇ। ਤਾਂ ਇਸ ਤਰ੍ਹਾਂ ਦਾ ਮਾਹੌਲ, ਕਿਉਂਕਿ ਜੇ ਕਹੀਏ ਵੀ ਉਸ ਵੇਲੇ ਸੀ, ਵੇਖੋ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਸਮੇਂ ਵੀ ਇਸ ਤਰ੍ਹਾਂ ਦਾ ਹੀ ਮਾਹੌਲ ਹੈ। ਤਾਂ ਹੀ ਨਾ ਵੀ ਗੁਰੂ ਸਾਹਿਬ ਦੇ ਸਿੰਘ ਜਾਂ ਤਾਂ ਰਾਜੇ ਆ ਤੇ ਜਾਂ ਫਿਰ ਬਾਗੀ ਆ। ਬਾਗੀ ਆਮ ਹੀ ਸਰਕਾਰਾਂ ਫਿਰ ਫਤਵਾ ਦੇ ਦਿੰਦੀਆਂ ਵੀ ਇਹ ਬਾਗੀ ਆ। ਬਾਗੀ ਵੇਖੋ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਆਖਿਆ, ਔਰੰਗਜ਼ੇਬ ਨੇ ਵੀ ਆਖਿਆ, 22 ਧਾਰ ਦੇ ਰਾਜਿਆਂ ਨੇ ਵੀ ਆਖਿਆ, ਸਰਹੰਦ ਦੇ ਸੂਬੇ ਨੇ ਵੀ ਆਖਿਆ, ਉਹਨਾਂ ਸਾਰਿਆਂ ਸੂਬਿਆਂ ਨੇ ਆਖਿਆ, ਕਹਿੰਦੇ ਵੀ ਗੁਰੂ ਗੋਬਿੰਦ ਸਿੰਘ ਬਾਗੀ ਆ ਸਰਕਾਰ ਦਾ। ਇਹ ਥੋੜਾ ਵੀ ਬਾਗੀ ਬਾਅਦ ਵਿੱਚ ਸ਼ਬਦ ਲੱਗਣ ਲੱਗਾ। ਇਹ 10ਵੇਂ ਪਾਤਸ਼ਾਹ ਨੂੰ ਵੀ ਸਰਕਾਰਾਂ ਨੇ ਬਾਗੀ ਹੀ ਆਖਿਆ, ਤੇ ਗੁਰੂ ਕੇ ਖਾਲਸੇ ਨੂੰ ਵੀ, ਬਾਬਾ ਬੰਦਾ ਸਿੰਘ ਬਹਾਦਰ ਨੂੰ ਵੀ ਬਾਗੀ ਆਖਿਆ। ਬਾਅਦ ਵਿੱਚ ਸਮੇਂ ਨਾਲ ਸਿੰਘਾਂ ਨੂੰ ਸਰਕਾਰਾਂ ਨੇ ਬਾਗੀ ਆਖਿਆ। ਤਾਂ ਇਸ ਕਰਕੇ ਉਹ ਹੁਣ ਸਰਕਾਰ ਤੋਂ ਡਰਦੇ ਆ। ਉਹ ਆਪਦੀ ਥਾਂ ਤੇ ਪਰਿਵਾਰ ਵਾਲੇ ਉਹ ਕਹਿੰਦੇ ਭਾਵੇਂ ਤੁਸੀਂ ਇਹ ਸਾਡੇ ਬੰਦੇ ਨੂੰ, ਮਾਲਕ ਨੂੰ ਫੜੀ ਰੱਖੋ, ਭਾਵੇਂ ਮਾਰ ਦਵੋ, ਪਰ ਅਸੀਂ ਦਰਵਾਜ਼ਾ ਨਹੀਂ ਤੁਹਾਡੇ ਵਾਸਤੇ ਖੋਲ੍ਹਣਾ। ਲੁੱਟ ਜੈ ਸਭ ਗ੍ਰਾਮਾ, ਕਹਿੰਦੇ ਵੀ ਸਾਡਾ ਤੇ ਸਾਰਾ ਪਿੰਡ ਹੀ ਲੁੱਟਿਆ ਜਾਣਾ ਜੇ ਤੁਸੀਂ ਇੱਥੇ ਆ ਗਏ ਤੇ। ਜੇ ਗੁਰੂ ਗੋਬਿੰਦ ਸਿੰਘ ਇਸ ਹਵੇਲੀ, ਸਾਡੀ ਹਵੇਲੀ 'ਚ ਆ ਗਏ ਤੇ ਸਾਡਾ ਤੇ ਫੌਜ ਨੇ ਸਾਰਾ ਪਿੰਡ ਲੁੱਟ ਲੈਣਾ, ਸਾਡਾ ਤੇ ਆ ਚਮਕੌਰ ਨਗਰ ਸਾਰਾ ਲੁੱਟਿਆ ਪੁੱਟਿਆ ਜਾਣਾ। ਵੇਖੋ ਸਮੇਂ ਦੀਆਂ ਗੱਲਾਂ। ਇਹ ਨਹੀਂ ਵੀ ਗੁਰੂ ਗੋਬਿੰਦ ਸਿੰਘ ਦੇ ਚਰਨ ਇੱਥੇ ਪੈ ਗਏ ਤੇ ਇਹ ਰਹਿੰਦੀ ਦੁਨੀਆ ਦੀ ਨਗਰ ਅਮਰ ਹੋ ਜਾਣਾ। ਅੱਜ ਉਸ ਹਵੇਲੀ ਦੇ ਵਿੱਚ ਸੰਗਤਾਂ ਭਾਵਨਾ ਨਾਲ ਨਮਸਕਾਰਾਂ ਕਰਨ ਜਾਂਦੀਆਂ, ਜਿੱਥੇ ਮਹਾਰਾਜ ਨੇ ਚਰਨ ਪਾਏ, ਉਹਨਾਂ ਦੀ ਹਵੇਲੀ ਦੇ ਵਿੱਚ। ਤੇ ਉਸ ਤਰ੍ਹਾਂ ਕਿਹਨੇ ਪੁੱਛਣਾ ਸੀ ਉਸ ਹਵੇਲੀ ਨੂੰ? ਕਈ ਹਵੇਲੀਆਂ ਹੋਈਆਂ ਤੇ ਕਈ ਹੋਣੀਆਂ, ਪਰ ਜਿੱਥੇ ਮਹਾਰਾਜ ਦੇ ਚਰਨ ਪੈ ਗਏ ਉਹ ਜਗ੍ਹਾ ਪੂਜਣ ਵਾਲੀ ਬਣ ਗਈ। ਪਰ ਸਮੇਂ ਦੀ ਗੱਲ ਹੀ ਹੈ ਨਾ। ਇਸ ਕਰਕੇ ਕਹਿੰਦੇ ਜੀ ਸਾਡਾ ਤੇ ਸਾਰਾ ਨਗਰ ਜਿਹੜਾ ਹੈ ਇਹ ਲੁੱਟਿਆ ਜਾਵੇਗਾ, ਇਹ ਉੱਜੜ ਜਾਵੇਗਾ ਜੇ ਤੁਸੀਂ ਇੱਥੇ ਆ ਗਏ ਸਾਡੀ ਹਵੇਲੀ ਵਿੱਚ। ਲੱਖੋਂ ਲਸ਼ਕਰ ਬੈਰੀ ਦੁਮਰੋ, ਹੇ ਸਤਿਗੁਰੂ ਜੀ, ਲੱਖਾਂ ਫੌਜ ਤੁਹਾਡੇ ਵੈਰੀ ਹੈ, ਤੁਹਾਡੇ ਪਿੱਛੇ ਆ ਰਹੀ ਹੈ। ਨਾਸ਼ ਹੋਏ ਮਮ ਧਾਮਾ, ਜੇ ਜੇ ਤੁਸੀਂ ਮੇਰੇ ਘਰ ਵਿੱਚ ਆ ਗਏ, ਮੇਰੀ ਹਵੇਲੀ ਵਿੱਚ ਆ ਗਏ, ਮੇਰਾ ਘਰ ਨਾਸ ਹੋ ਜਾਵੇਗਾ, ਮੇਰਾ ਘਰ ਤਬਾਹ ਹੋ ਜਾਵੇਗਾ। ਆਪਣੇ ਸਦਨ ਦਿਸ਼ਾ ਨਭ ਗਮਨਿਓ, ਤਾਂ ਉਹ ਜ਼ਿਮੀਂਦਾਰ ਜਿਹੜਾ ਕਮਜ਼ੋਰ ਜ਼ਿਮੀਂਦਾਰ ਹੈ ਨਾ, ਉਹ ਆਪਣੇ ਘਰ ਦੀ ਦਿਸ਼ਾ ਤਰਫ ਨੂੰ ਫਿਰ ਚਲੇ ਗਿਆ ਵੀ ਇਹਨਾਂ ਨੇ ਵੱਡਾ ਦਰਵਾਜ਼ਾ ਤੇ ਨਹੀਂ ਖੋਲ੍ਹਣਾ, ਚਲ ਮੈਂ ਆਪਣੇ ਜਿਹੜਾ ਨਿੱਕਾ ਦਰਵਾਜ਼ਾ ਉਹੀ ਖੋਲ ਦੇਵਾਂ। ਕਹਿ ਤਾਕੀ ਖੁਲਵਾਈ, ਉਧਰਲੇ ਪਾਸੇ ਜਾ ਕਰਕੇ ਵੇਖੋ ਉਹਦਾ ਵੀ ਦਰਵਾਜ਼ਾ ਬੰਦ ਆ। ਇੱਥੋਂ ਅੰਦਾਜ਼ਾ ਆਪਾਂ ਲਾ ਸਕਦੇ ਹਾਂ ਵੀ ਸਾਰੇ ਨਗਰ ਵਾਲੇ ਭੈ ਭੀਤ ਹੋਏ ਪਏ ਸੀ, ਡਰੇ ਹੋਏ ਪਏ ਸੀ। ਉਹਨਾਂ ਨੇ ਦਰਵਾਜ਼ੇ ਅੰਦਰੋਂ ਬੰਦ ਕੀਤੇ ਹੋਣਗੇ ਕਿ ਕਿਤੇ ਕੋਈ ਸਿੰਘ ਆ ਨਾ ਜਾਵੇ ਸਾਡੇ ਘਰ ਦੇ ਵਿੱਚ। ਹੁਣ ਇਸ ਜ਼ਿਮੀਂਦਾਰ ਦਾ ਵੀ ਜਿਹੜਾ ਛੋਟਾ ਦਰਵਾਜ਼ਾ ਉਹ ਵੀ ਅੰਦਰੋਂ ਬੰਦ ਵਾ। ਉਹਨੇ ਵੀ ਕਹਿ ਕੇ ਆਪਣੀ ਤਾਕੀ ਜਿਹੜੀ ਹੈ, ਛੋਟਾ ਦਰਵਾਜ਼ਾ ਸੀ, ਉਹ ਖੁਲਵਾਈ, ਆਵਾਜ਼ ਮਾਰ ਕੇ ਵੀ ਮੈਂ ਆਇਆ ਹਾਂ, ਦਰਵਾਜ਼ਾ ਖੋਲੋ। ਪ੍ਰਥਮ ਜਾਟ ਵਰ ਸੰਗ ਬਰੀ ਗੁਰ, ਪਹਿਲਾਂ ਉਹ ਜ਼ਿਮੀਂਦਾਰ ਅੰਦਰ ਵੜਿਆ ਤੇ ਫਿਰ ਗੁਰੂ ਕਲਗੀਧਰ ਪਾਤਸ਼ਾਹ ਅੰਦਰ ਵੜੇ ਹਨ। ਤਜ ਤੁਰੰਗ ਦਿਸ ਥਾਈ, ਆਪਣੇ ਘੋੜੇ ਨੂੰ ਉਸ ਥਾਂ ਦੇ ਉੱਤੇ ਛੱਡ ਕਰਕੇ ਪੰਚ ਸਿੰਘ ਗੁਣ ਤਜ ਤਜ ਹੈ ਕੋ, ਫਿਰ ਪੰਜੇ ਸਿੰਘ ਆਪਣੇ ਘੋੜਿਆਂ ਨੂੰ ਛੱਡ ਕੇ ਅੰਤਰ ਭਏ ਪਰਵੇਸ਼ਾ, ਫਿਰ ਅੰਦਰ ਪ੍ਰਵੇਸ਼ ਕੀਤਾ ਉਸ ਹਵੇਲੀ ਦੇ। ਖੋਲ ਪੌਰ ਕੋ ਸਿੰਘ ਬਰੇ ਤਬ, ਫਿਰ ਸਿੰਘਾਂ ਨੇ ਜਾ ਕੇ ਵੱਡਾ ਦਰਵਾਜ਼ਾ ਵੀ ਖੋਲਤਾ। ਫਿਰ ਸਿੰਘਾਂ ਨੂੰ ਥੋੜਾ ਰੋਕਣਾ,
ਉਹ ਸ਼ਸਤਰਧਾਰੀ ਜਿਨ੍ਹਾਂ ਨੇ ਵੱਡੀਆਂ ਵੱਡੀਆਂ ਸ੍ਰੀ ਸਾਹਿਬਾਂ ਗਾਤਰੇ ਪਾਈਆਂ, ਹੋਰ ਨੇਜੇ ਹੱਥਾਂ ਵਿੱਚ ਫੜੇ ਹੋਏ ਆ, ਕਿੰਨੇ ਕੁ ਸ਼ਸਤਰ ਆ ਸਿੰਘਾਂ ਕੋਲੇ। ਤੇ ਸਿੰਘਾਂ ਨੇ ਜਾ ਕੇ ਅੰਦਰ ਬਾਹਰ ਵੀ ਤੁਸੀਂ ਖੋਲ ਦੇ ਕਿਉਂ ਨਹੀਂ ਬਈ, ਵੱਡਾ ਦਰਵਾਜ਼ਾ ਖੋਲ ਦਿੱਤਾ ਹੈ। ਦਈ ਸਜਾਏ ਵਿਸ਼ੇਸ਼ਾ, ਤੇ ਫਿਰ ਸਜ਼ਾ ਵੀ ਦੇ ਦਿੱਤੀ ਹੈ, ਕੁਝ ਸੋਧਾ ਵੀ ਲਾ ਦਿੱਤਾ, ਵਿਸ਼ੇਸ਼ ਸਜ਼ਾ ਵੀ ਦੇ ਦਿੱਤੀ ਹੈ। ਦਈ ਨਿਕਾਰ ਰਹਿ ਨਰ ਤ੍ਰੇ ਸਭ, ਫਿਰ ਉਹਨਾਂ ਨੂੰ ਕਹਿ ਦਿੱਤਾ ਵੀ ਹੁਣ ਤੁਸੀਂ ਬਾਹਰ ਚਲੇ ਜਾਓ, ਹੋਰ ਨਹੀਂ ਤੁਹਾਨੂੰ ਕੁਝ ਕਹਿਣਾ। ਹੁਣ ਇੱਥੇ ਤੇ ਕਲਗੀਧਰ ਪਾਤਸ਼ਾਹ ਦੀ ਮੋਰਚਾਬੰਦੀ ਹੋਊਗੀ, ਇਸ ਕਰਕੇ ਤੁਸੀਂ ਬਾਹਰ ਚਲੇ ਜਾਓ। ਸਭ ਮਾਈ ਭਾਈ ਜਿੰਨੇ ਵੀ ਸੀ ਨਾ, ਮਾਈਆਂ ਜਿੰਨੀਆਂ ਸੀ ਉਹਨਾਂ ਨੂੰ ਵੀ ਬਾਹਰ ਸਤਿਕਾਰ ਨਾਲ ਭੇਜ ਦਿੱਤਾ, ਬਾਕੀ ਜਿੰਨੇ ਘਰ ਦੇ ਆਦਮੀ ਸੀ ਉਹਨਾਂ ਨੂੰ ਵੀ ਬਾਹਰ ਭੇਜ ਦਿੱਤਾ। ਕਹਿ ਕਰ ਪੜਦੇ ਤਰਾਸਾ, ਸਿੰਘਾਂ ਨੇ ਕਹਿ ਕਰਕੇ ਕੁਝ ਡਰ ਵੀ ਦਿੱਤਾ ਉਹਨਾਂ ਨੂੰ ਵੀ ਤੁਸੀਂ ਬਾਹਰ ਚਲੇ ਜਾਓ, ਹੁਣ ਬਚਾ ਲਓ ਆਪਣਾ ਆਪ। ਕਰਨ ਸਮਗਰੀ ਅੰਤ ਲੇਖਨ, ਤੇ ਉੱਥੇ ਤੇ ਹੁਣ ਜੰਗ ਹੀ ਹੋਣਾ ਸੀ, ਤੇ ਲੜਨ ਦੀ ਜਿੰਨੀ ਸਮੱਗਰੀ ਸੀ ਸਿੰਘਾਂ ਦੇ ਕੋਲੇ ਉਹ ਅੰਦਰ ਲੈ ਗਏ ਉਸ ਹਵੇਲੀ ਦੇ ਵਿੱਚ, ਕਿ ਲੈ ਆਓ ਜਿੰਨਾ ਅਸਲਾ ਹੈਗਾ। ਅਸਲਾ ਤੀਰ ਕਮਾਨ, ਉਹ ਖੱਚਰਾਂ ਦੇ ਉੱਤੇ ਲੱਦੇ ਹੋਏ ਸੀ ਤੀਰ, ਉਹ ਤੀਰ ਲੈ ਆਂਦੇ, ਹੋਰ ਜੋ ਕੁਝ ਸੀ ਸਾਜੋ ਸਮਾਨ ਉਹ ਲੈ ਕੇ ਅੰਦਰ ਵੜ ਗਏ। ਡੇਢ ਕੀਨੋ ਚੌ ਪਾਸਾ, ਤੇ ਚਾਰ ਛਫੇਰੇ ਉਹ ਪਕਿਆਈ ਕਰ ਲਈ ਉਸ ਹਵੇਲੀ ਦੇ ਵਿੱਚ, ਭਾਵ ਮੋਰਚਾਬੰਦੀ ਸਿੰਘਾਂ ਨੇ ਕਰ ਲਈ, ਤੇ ਲੜਨ ਵਾਲੀ ਸਮੱਗਰੀ ਸਾਰੀ ਲੈ ਆਂਦੀ। ਕਰੀ ਮੋਰਚਾਬੰਦੀ ਤਮਸ਼ਨ, ਤੇ ਮੋਰਚਾਬੰਦੀ ਛੇਤੀ ਦੇ ਨਾਲ ਹੀ ਕਰ ਦਿੱਤੀ। ਬਾਹੀ ਪੋਰ ਅਟਾਰੀ, ਤੋ ਇਸ ਤਰ੍ਹਾਂ ਕਹਿੰਦੇ ਹਨ ਕਿ ਅਟਾਰੀ ਦੇ ਜਿਹੜੀਆਂ ਚਾਰ ਛਫੇਰੇ ਚਾਰੇ ਪਾਸੇ ਜਿਹੜੀਆਂ ਬਾਹੀਆਂ ਸੀ ਉੱਥੇ ਮੋਰਚਾਬੰਦੀ ਕਰ ਦਿੱਤੀ ਹੈ। ਚਹਿਓ ਜੋ ਅੰਦਰ ਸੰਜਨ ਕਰਕੇ, ਜੋ ਕੁਝ ਅੰਦਰ ਚਾਹੀਦਾ ਸੀ ਨਾ ਉਹ ਸਾਰਾ ਕੁਝ ਅੰਦਰ ਇਕੱਠਾ ਕਰ ਲਿਆ ਹੈ। ਬੈਠੇ ਗੁਰ ਭਟ ਭਾਰੀ, ਤੇ ਬੈਠ ਗਏ ਹਨ ਗੁਰੂ ਸਾਹਿਬ ਜੀ ਦੇ ਭਾਰੀ ਸੂਰਮੇ, ਭਾਰੀ ਸੂਰਮੇ ਜੋ ਹਨ ਪੂਰੀ। ਸੋ ਗੁਰੂ ਕੇ ਭਾਰੀ ਸੂਰਮੇ ਅੰਦਰ ਬੈਠ ਗਏ ਮੋਰਚਾਬੰਦੀ ਕਰਕੇ, ਜੋ ਕੋਈ ਚਾਹੀਦਾ ਸੀ। ਦੇਖੋ ਜਿੰਨੇ ਬੇਨਤੀ ਕੀਤੀ ਉਹਨੂੰ 50 ਸੋਨੇ ਦੀਆਂ ਮੋਹਰਾਂ ਵੀ ਦੇ ਦਿੱਤੀਆਂ, ਜਿਹੜਾ ਅੱਧ ਦਾ ਮਾਲਕ ਸੀ। ਤੇ ਜਿਨ੍ਹਾਂ ਨੇ ਅੱਗੋਂ ਨਾ ਨੁਕਰ ਕੀਤੀ ਫਿਰ ਉਹਨਾਂ ਨੂੰ ਕੁਝ ਨਹੀਂ ਦਿੱਤਾ, ਉਹਨਾਂ ਨੂੰ ਉਤਰਾ ਹੀ ਪਾਸੇ ਕੀਤਾ। ਤੋ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀ ਨੇ ਇਸ ਤਰ੍ਹਾਂ ਫਿਰ ਉਸ ਕੱਚੀ ਹਵੇਲੀ ਦੇ ਵਿੱਚ, ਜਿਹਨੂੰ ਗੜੀ ਦਾ ਨਾਮ ਦਿੱਤਾ, ਉਹ ਇੱਕ ਕਿਲੇ ਦੀ ਸ਼ਕਲ ਦੀ ਬਣੀ ਹੋਈ ਸੀ। ਉਸ ਨੂੰ ਮਹਾਰਾਜ ਇੱਥੇ ਕਵੀ ਜੀ ਨੇ ਕਿਲਾ ਵੀ ਆਖਿਆ ਹੈ, ਹਵੇਲੀ ਵੀ ਆਖਿਆ ਹੈ। ਇੱਕ ਪਿੰਡ ਤੋਂ ਉੱਚੇ ਥਾਂ ਤੇ ਬਣੀ ਸੀ, ਇੱਕ ਉੱਚੀ ਬਣੀ ਹੋਈ ਸੀ। ਕੱਲ ਵੀ ਬੇਨਤੀ ਸਾਂਝੀ ਕੀਤੀ ਸੀ ਕਿ ਗੁਰੂ ਕੀ ਸੰਗਤ ਜੀ, ਅੱਜ ਵੀ ਆਪਾਂ ਉਸ ਸਥਾਨ ਤੇ ਜਦੋਂ ਨਮਸਕਾਰ ਕਰਨ ਵਾਸਤੇ ਜਾਂਦੇ ਹਾਂ ਚਮਕੌਰ ਸਾਹਿਬ ਦੇ ਵਿੱਚ, ਤੇ ਸਾਰੇ ਨਗਰ ਤੋਂ ਉਹ ਥਾਂ ਉੱਚਾ ਹੈ। ਬਾਕੀ ਜਿਹੜੇ ਲਾਗੇ, ਉਹਦੇ ਲਾਗੇ ਹੀ ਥੋੜੀ ਦੂਰ ਪਿੰਡ ਦੇ ਵਿੱਚ ਚੁਬਾਰੇ ਵੀ ਪਏ ਨਾ, ਉਹ ਉੱਥੇ ਜ਼ਮੀਨ ਦੇ ਬਰਾਬਰ ਹੀ ਆ ਉਹ ਚੁਬਾਰੇ। ਤੇ ਜਦੋਂ ਪਿਛਾਂ ਖੇਤਾਂ ਵਾਲੇ ਪਾਸੇ ਵੇਖੀਏ, ਗੜੀ ਸਾਹਿਬ ਵਾਲੇ ਗੁਰਦੁਆਰੇ ਸਾਹਿਬ ਦੇ ਪਿਛਲੇ ਪਾਸੇ ਨੂੰ ਜਿਹੜੇ ਖੇਤ ਵਾ, ਤੇ ਉਹ ਚੁਬਾਰਿਆਂ ਜਿੰਨਾ ਨੀਵਾਂ ਥਾਂ ਵਾ ਉਧਰਲੇ ਪਾਸੇ, ਸਾਰਾ ਥਾਂ ਨੀਵਾਂ। ਸਾਰੇ ਨਗਰ ਦੇ ਵਿੱਚੋਂ ਉੱਚਾ ਥਾਂ ਸੀ ਉਹ, ਤੇ ਉੱਚੇ ਥਾਂ ਦੇ ਉੱਤੇ ਉਹ 2 ਮੰਜ਼ਲੀ ਅਟਾਰੀ ਬਣੀ ਹੋਈ ਸੀ, ਉਹਦੇ ਵਿੱਚ ਹਵੇਲੀ ਬਣੀ ਹੋਈ ਸੀ, 4 ਛਫੇਰੇ 4 ਦੀਵਾਰੀ ਬਣੀ ਹੋਈ ਸੀ। ਤਾਂ ਇਸ ਤਰ੍ਹਾਂ ਕਲਗੀਧਰ ਪਾਤਸ਼ਾਹ ਮਹਾਰਾਜ ਸਾਹਿਬ ਜੀ 7 ਪੋਹ ਦੀ ਸ਼ਾਮ ਨੂੰ ਉੱਥੇ ਪ੍ਰਵੇਸ਼ ਕੀਤੇ ਹਨ। 1761 ਬਿਕਰਮੀ ਸੰਮਤ ਹੈ ਸੀ। ਦੋਹਰਾ ਸ੍ਰੀ ਸਤਿਗੁਰ ਕਰ ਕਾਇਮੇ, ਤੇ 1704 ਈਸਵੀ ਸਨ ਸੀ ਸਾਧ ਸੰਗਤ ਜੀ। ਉਸ ਵੇਲੇ ਸ੍ਰੀ ਸਤਿਗੁਰ ਕਰ ਕਾਇਮੀ, ਸ੍ਰੀ ਸਤਿਗੁਰੂ ਸੋਭਾ ਵਾਲੇ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਉਸ ਕੱਚੀ ਹਵੇਲੀ ਦੇ ਵਿੱਚ, ਕੱਚੀ ਗੜੀ ਦੇ ਵਿੱਚ ਮੋਰਚਾਬੰਦੀ ਕਰਵਾ ਦਿੱਤੀ ਹੈ। ਫਿਰੇ ਦੁਰਗ ਕੇ ਮਾਹੇ, ਜੋ ਕਿਲੇ ਦੇ ਸ਼ਕਲ ਦੀ ਸੀ ਹਵੇਲੀ ਸਾਂਝੀ ਭਰਾਵਾਂ ਦੀ, ਉਹਦੇ ਵਿੱਚ ਮਹਾਰਾਜ ਸਾਹਿਬ ਜੀ ਜਾਣੋ ਇਸ ਕਿਲੇ ਦੇ ਵਿੱਚ, ਛੋਟੇ ਜਿਹੇ ਕਿਲੇ ਵਿੱਚ ਮਹਾਰਾਜ ਸਾਹਿਬ ਜੀ ਸਥਿਤ ਹੋਏ ਹਨ। ਪਿਛੇ ਲਸ਼ਕਰ ਸ਼ਤਰ ਕੋ, ਪਿੱਛੇ ਦੁਸ਼ਮਣਾਂ ਦੀ ਫੌਜ ਲੱਖਾਂ ਦੀ ਗਿਣਤੀ ਦੇ ਵਿੱਚ ਚੜ੍ਹ ਕੇ ਆ ਰਹੀ ਹੈ। ਖੋਜਤ ਪ੍ਰਾਪਤ ਨਾਹੇ, ਤੇ ਉਹ ਖੋਜ ਰਹੇ ਆ ਸਾਰੇ, ਕਲਗੀਧਰ ਪਾਤਸ਼ਾਹ ਨੂੰ ਲੱਭ ਰਹੇ ਇੱਧਰ ਉੱਧਰ ਪਿੰਡਾਂ ਦੇ ਵਿੱਚ, ਤੇ ਇੱਧਰ ਨੂੰ ਹੀ ਆ ਰਹੇ ਆ, ਲੱਭਦੇ ਲੱਭਦੇ ਐਲੀ ਐਲੀ ਕਰਦੇ। ਲਲਤ ਪਦ ਛੰਦ,
ਕੇ ਚਿਤ ਕਹਿ ਗੁਰੂ ਰਣ ਜੂਝਿਓ। ਕਈ ਕਹਿਣ ਲੱਗੇ ਵੀ ਗੁਰੂ ਗੋਬਿੰਦ ਸਿੰਘ ਜੀ ਜੰਗ ਦੇ ਮੈਦਾਨ ਦੇ ਵਿੱਚ ਜੂਝ ਗਏ ਹਨ। ਕਈ ਕਹਿੰਦੇ ਆ ਵੀ ਉਹ ਸ਼ਹੀਦ ਹੋ ਗਏ ਆ, ਲੱਭਦੇ ਜੀ ਫਿਰਦੇ ਆ ਮਹਾਰਾਜ ਸਾਹਿਬ। ਇਹਨਾਂ ਨੂੰ ਭੁਲੇਖਾ ਪੈ ਗਿਆ ਸੀ ਨਾ, ਸਰਸਾ ਦੇ ਘਾਟ ਦੇ ਪਿਛਲੇ ਪਾਸੇ ਜਦੋਂ ਭਾਈ ਉਹਦੇ ਸਿੰਘ ਜੀ ਜੰਗ ਕਰਦੇ ਸੀ ਰਾਤ ਦੇ ਹਨੇਰੇ ਦੇ ਵਿੱਚ, ਤੇ ਕਈਆਂ ਨੇ ਉਦੋਂ ਖਿਆਲ ਕੀਤਾ ਸੀ ਵੀ ਇਹ ਗੁਰੂ ਗੋਬਿੰਦ ਸਿੰਘ ਜੀ ਆਪ ਹੀ ਜੰਗ ਕਰ ਰਹੇ ਆ, ਕਿਉਂਕਿ ਉਹਨਾਂ ਨੇ 4.5 ਘੰਟੇ ਮੁਕਾਬਲਾ ਕੀਤਾ ਸੀ ਦੁਸ਼ਮਣਾਂ ਦਾ। 1.5 ਪਹਿਰ ਲਿਖਿਆ ਇਤਿਹਾਸ ਵਿੱਚ, 1.5 ਪਹਿਰ, 4.5 ਘੰਟੇ ਭਾਈ ਉਹਦੇ ਸਿੰਘ ਜੀ ਨੇ। ਤਾਂ ਉਦੋਂ ਇਹਨਾਂ ਨੂੰ ਭੁਲੇਖਾ ਪਿਆ ਸੀ ਵੀ ਇਹ ਗੁਰੂ ਗੋਬਿੰਦ ਸਿੰਘ ਜੀ ਜੰਗ ਕਰ ਰਹੇ ਆ। ਜਦੋਂ ਭਾਈ ਉਹਦੇ ਸਿੰਘ ਜੀ ਸ਼ਹੀਦ ਹੋ ਗਏ ਸਨ, ਫਿਰ ਇਹਨਾਂ ਖਿਆਲ ਕੀਤਾ ਸੀ ਵੀ ਅਸੀਂ ਗੁਰੂ ਗੋਬਿੰਦ ਸਿੰਘ ਜੀ ਨੂੰ ਹੀ ਮਾਰ ਲਿਆ, ਅਸੀਂ ਉਹਨਾਂ ਨੂੰ ਹੀ ਖਤਮ ਕਰ ਦਿੱਤਾ। ਪਰ ਬਾਅਦ ਵਿੱਚ ਜਿਹੜੇ ਜਾਣਦੇ ਸੀ ਉਹਨਾਂ ਨੇ ਵੇਖਿਆ ਵੀ ਨਹੀਂ, ਇਹ ਗੁਰੂ ਗੋਬਿੰਦ ਸਿੰਘ ਨਹੀਂ। ਪਰ ਉੱਥੋਂ ਬਹੁਤੀ ਫੌਜ ਨੂੰ ਇਹ ਭੁਲੇਖਾ ਪੈ ਗਿਆ ਸੀ। ਉਹੀ ਹੁਣ ਇੱਥੇ ਕਈ ਜਦੋਂ ਲੱਭਦੇ ਫਿਰਦੇ ਨਾ, ਤੇ ਕਈ ਕਹਿੰਦੇ ਆ ਵੀ ਗੁਰੂ ਗੋਬਿੰਦ ਸਿੰਘ ਜੀ ਜੰਗ ਦੇ ਵਿੱਚ ਜੂਝ ਗਏ ਹਨ। ਬਹੁਤੇ ਬਾਣ ਪ੍ਰਹਾਰੇ, ਉਹਨਾਂ ਨੇ ਬੜੇ ਤੀਰ ਚਲਾਏ ਸੀ। ਹਰਿਓ ਰਹਿਓ ਕਰ ਜੁਧ ਬੜੇਰਾ। ਕਹਿੰਦੇ ਵੀ ਬੜਾ ਅੜਿਆ ਰਿਹਾ ਹੈ ਗੁਰੂ ਗੋਬਿੰਦ ਸਿੰਘ, ਉਸਨੇ ਬੜਾ ਯੁੱਧ ਕੀਤਾ ਹੈ। ਵਰਿੰਦ ਹੈ ਵੀਰ ਬਿਲਾਰੇ, ਤੇ ਸਾਡੇ ਬਹੁਤੇ ਸੂਰਬੀਰ ਨਾਸ ਕਰ ਦਿੱਤੇ, ਖਤਮ ਕਰ ਦਿੱਤੇ। ਕੇਜਤ ਕਹਿ ਅਗਰ ਹੀ ਗਮਨਿਓ। ਕਈ ਕਹਿੰਦੇ ਆ ਵੀ ਨਹੀਂ, ਗੁਰੂ ਗੋਬਿੰਦ ਸਿੰਘ ਨਹੀਂ ਸ਼ਹੀਦ ਹੋਏ, ਉਹ ਕੋਈ ਉਹਨਾਂ ਦਾ ਸਿੰਘ ਹੀ ਸੀ। ਗੁਰੂ ਗੋਬਿੰਦ ਸਿੰਘ ਤਾਂ ਅੱਗੇ ਚਲੇ ਗਏ ਹਨ। ਖੋਜ ਤੁਰੰਗ ਨਿਹਾਰਿਓ। ਕਹਿੰਦੇ ਵੀ ਖੋਜ ਵੇਖੋ, ਖੁਰਾ ਵੇਖੋ, ਖੋਜ ਖੁਰਾ ਲੱਭੋ। ਵੇਖੋ ਅਗਲੇ ਪਾਸੇ ਵੀ ਘੋੜਿਆਂ ਦੇ ਕਿਧਰਲੇ ਪਾਸੇ ਨੂੰ ਖੋਜ ਗਈ ਆ, ਘੋੜਿਆਂ ਦੇ ਸੁੰਮ ਕਿੱਧਰ ਕਿੱਧਰ ਲੱਗੇ ਆ, ਘੋੜਿਆਂ ਦੇ ਪੈਰ ਕਿਹੜੇ ਪਾਸੇ ਲੱਗੇ ਆ, ਜਿੱਧਰ ਨੂੰ ਗਏ ਆ ਨਾ ਉਹ ਖੋਜ ਖੁਰਾ ਲੱਭੋ, ਉਧਰ ਮਗਰ ਮਗਰ ਚੱਲੀਏ। ਮਰਦੇ ਮਹਿਰਣ ਦੇ ਆਮਦ। ਕਹਿੰਦੇ ਵੀ ਨਹੀਂ, ਗੁਰੂ ਗੋਬਿੰਦ ਸਿੰਘ ਜੀ ਨਹੀਂ ਮਰੇ, ਤੇ ਨਾ ਉਹ ਜੰਗ ਦੇ ਵਿੱਚ ਹੀ ਹੁਣ ਆਏ ਹਨ। ਕਰਾਮਾਤ ਅਤ ਭਾਰੋ। ਗੁਰੂ ਗੋਬਿੰਦ ਸਿੰਘ ਜੀ ਦੇ ਵਿੱਚ ਅੱਤ ਦੀ ਭਾਰੀ ਕਰਾਮਾਤ ਹੈ। ਤੁਮ ਮੈਂ ਲੜਦੇ ਕਛੁ ਨ ਸੂਝਿਓ। ਤਮ ਕਹਿੰਦੇ ਹਨੇਰੇ ਨੂੰ, ਕਹਿੰਦੇ ਹਨੇਰੇ ਦੇ ਵਿੱਚ ਲੜਦਿਆਂ ਕੁਝ ਪਤਾ ਨਹੀਂ ਲੱਗਾ ਹੈ। ਉਹ ਬਚ ਕੋ ਲੜ ਮਾਰਾ। ਕੋਈ ਬਚ ਗਿਆ ਹੈ ਤੇ ਕੋਈ ਲੜ ਕੇ ਮਾਰਿਆ ਗਿਆ ਹੈ। ਕੌਣ ਬਚਿਆ ਤੇ ਕੌਣ ਮਾਰਿਆ ਗਿਆ, ਕਹਿੰਦੇ ਕੋਈ ਪਤਾ ਨਹੀਂ ਲੱਗਦਾ ਹੈ। ਮਰੇ ਹਜ਼ਾਰਾਂ ਵੀਰ ਗਰਗਮ। ਭਾਵੇਂ ਹਜ਼ਾਰਾਂ ਘੋੜੇ ਤੇ ਹਜ਼ਾਰਾਂ ਸੂਰਬੀਰ ਮਰੇ ਹਨ। ਭਰਿਓ ਖੇਤ ਰਣ ਭਾਰਾ। ਤੇ ਬੜਾ ਭਾਰੀ ਜੰਗ ਦੇ ਮੈਦਾਨ ਦੇ ਵਿੱਚ, ਇਹ ਖੇਤ ਦੇ ਵਿੱਚ ਭਾਰੀ ਰਣ ਹੋਇਆ ਹੈ, ਭਾਰੀ ਜੰਗ ਹੋਇਆ ਹੈ। ਕਿਤੇ ਆਵਿਕ ਮਿਲ ਨਿਰਣੈ ਕਰ ਕਰ। ਇਸ ਤੋਂ ਆਦਿਕ ਮਿਲ ਕੇ ਨਿਰਣੇ ਕਰਦੇ ਹਨ। ਕਿਤ ਗਮਨੇ ਨਹਿ ਸੁਝੈ। ਤੇ ਨਿਰਣੇ ਕਰ ਕਰ ਸੋਚਦੇ ਆ, ਵਿਚਾਰਦੇ ਆ ਵੀ ਕਿਹੜੇ ਪਾਸੇ ਨੂੰ ਚਲੇ ਗਏ ਗੁਰੂ ਗੋਬਿੰਦ ਸਿੰਘ ਜੀ। ਨਹੀਂ ਸੂਝੈ, ਕੋਈ ਪਤਾ ਨਹੀਂ ਲੱਗਦਾ, ਕੋਈ ਸੂਝ ਬੂਝ ਨਹੀਂ ਆਉਂਦੀ ਹੈ। ਆਗੇ ਤੇ ਪਾਛੇ ਦੇ ਆਵਤ। ਇਸ ਤਰ੍ਹਾਂ ਕੋਈ ਅਗਲੇ ਪਾਸੇ, ਕੋਈ ਪਿਛਲੇ ਪਾਸੇ ਆ ਰਿਹਾ ਹੈ। ਸਤਿਗੁਰ ਕੀ ਸੁਧ ਬੂਝੈ। ਜਿਹੜਾ ਕੋਈ ਅੱਗੋਂ ਜਾਂ ਪਿੱਛੋਂ ਆਉਂਦਾ, ਹਰ ਇੱਕ ਨੂੰ ਸਤਿਗੁਰੂ ਜੀ ਦੀ ਖਬਰ ਪੁੱਛਦੇ ਆ। ਜਿਹੜਾ ਵੀ ਕੋਈ ਮਿਲ ਜਾਂਦਾ ਨਾ ਆਉਣ ਜਾਣ ਵਾਲਾ, ਉਹਨੂੰ ਇਹੀ ਪੁੱਛਦੇ ਆ ਵੀ ਗੁਰੂ ਗੋਬਿੰਦ ਸਿੰਘ ਨਹੀਂ ਵੇਖੇ ਕਿਸੇ ਪਾਸੇ? ਜੇ ਵੇਖੇ ਕਿਸੇ ਪਾਸੇ ਤੇ ਦੱਸ ਦਿਓ ਸਾਨੂੰ। ਕਹਿੰਦੇ ਵੀ ਅਗਲੇ ਪਿਛਲੇ ਪਾਸਿਓਂ ਸਤਿਗੁਰੂ ਜੀ ਦੀ ਖਬਰ ਪੁੱਛਦੇ ਹਨ। ਨਿਸਮਹਿ ਤਿਮਰ ਪਰਸਪਰ ਲੜਮਰ। ਰਾਤ ਦੇ ਹਨੇਰੇ ਵਿੱਚ ਆਪਸ ਵਿੱਚ ਹੀ ਇਹ ਲੜਦੇ ਰਹੇ ਤੇ ਮਰਦੇ ਰਹੇ ਬਹੁਤੇ। ਕਾਇਲ ਤੁਰਗ ਪਹਾੜੀ। ਇਸ ਕਰਕੇ ਬਹੁਤੇ ਤੁਰਕ ਤੇ ਬਹੁਤੇ ਪਹਾੜੀਏ ਰਾਤ ਨੂੰ ਆਪਸ ਵਿੱਚ ਹੀ ਵੱਡਾ ਫੱਟੀ ਹੋ ਗਏ, ਆਪਸ ਦੇ ਵਿੱਚ ਹੀ ਜ਼ਖਮੀ ਹੋ ਗਏ। ਸੁਰਤ ਸੰਭਾਰ ਸੰਭਾਰ ਭਰੇ। ਤਾਂ ਹੁਣ ਕਹਿੰਦੇ ਵੀ ਹੋਸ਼ ਸੰਭਾਲ ਕੇ ਚੱਲਦੇ ਹਨ। ਮਰ ਤਰਾਸ ਕਰੇ ਵਰ ਭਾਰੀ। ਤਾਂ ਇਸ ਤਰ੍ਹਾਂ ਬਹੁਤਾ ਹਿਰਦੇ ਵਿੱਚ ਇਹਨਾਂ ਦੇ ਡਰ ਹੈ। ਹੁਣ ਕਹਿੰਦੇ ਵੀ ਦਿਨ ਚੜਿਆ ਨਾ, ਇਸ ਕਰਕੇ ਹੋਸ਼ ਸੰਭਾਲ ਕੇ ਤੇ ਹੁਣ ਸੰਭਲ ਕੇ ਚੱਲਦੇ ਵੀ ਰਾਤ ਅਸੀਂ ਆਪਸ ਵਿੱਚ ਹੀ ਲੜ ਮੜ ਗਏ। ਜੇ ਆਨੰਦਪੁਰ ਕੀ ਵੱਡ ਸੈਨਾ। ਜਿਹੜੀ ਆਨੰਦਪੁਰ ਤੋਂ ਆ ਰਹੀ ਸੀ ਵੱਡੀ ਫੌਜ, ਰੂਪਰ ਲੜ ਲੜ ਹਾਰੇ।
ਉਹ ਰੋਪੜ ਸਿੰਘਾਂ ਦੇ ਜਥੇ ਦੇ ਨਾਲ ਲੜ ਲੜ ਕੇ ਹਾਰ ਗਏ। ਤਿਲ ਤੇ ਛੂਟਿਓ ਸੰਗ ਗੁਰ ਗੇਰਾ। ਉਹਨਾਂ ਦੇ ਵਿੱਚੋਂ ਹੀ ਫਿਰ ਗੁਰੂ ਸਾਹਿਬ ਜੀ ਦਾ ਜਿਹੜਾ ਸੰਗ ਸੀ ਉਹ ਛੁੱਟਿਆ, ਭਾਵ ਉੱਥੋਂ ਪਾਸੇ ਹੋ ਗਏ। ਭਜ ਭਜ ਝਖੇ ਗਵਾਰੇ। ਤੇ ਸਿੰਘਾਂ ਦਾ ਜਥਾ ਕਲਗੀਧਰ ਪਾਤਸ਼ਾਹ ਦੇ ਨਾਲ ਅੱਗੇ ਆ ਗਿਆ ਤੇ ਇਹ ਫਿਰ ਪਚ ਕੇ ਇਹ ਗਵਾਰ ਮੂਰਖ ਜਿਹੜੇ ਆਪਸ ਵਿੱਚ ਹੀ ਝੱਖੇ ਵੀ ਆਪਸ ਵਿੱਚ ਹੀ ਰੁੱਝੇ ਰਹੇ। ਦਿੱਲੀ ਤੇ ਜੋ 10 ਲੱਖ ਪਹੁੰਚੀ। ਜਿਹੜਾ ਦਿੱਲੀ ਤੋਂ 10 ਲੱਖ ਫੌਜ ਪਹੁੰਚੀ ਹੈ, ਤਿਨਹੁ ਗੁਰੂ ਸੁਧ ਪਾਈ। ਉਹਨਾਂ ਨੇ ਗੁਰੂ ਗੋਬਿੰਦ ਸਿੰਘ ਜੀ ਦੀ ਖਬਰ ਪ੍ਰਾਪਤ ਕੀਤੀ ਹੈ ਨਿਰਕਸ ਅਨੰਦਪੁਰ ਦੇ ਬਹੁ ਜੂਝੇ। ਵੀ ਅਨੰਦਪੁਰ ਸਾਹਿਬ ਤੋਂ ਨਿਕਲ ਕਰਕੇ ਗੁਰੂ ਗੋਬਿੰਦ ਸਿੰਘ ਜੀ ਨੇ ਬੜਾ ਜੰਗ ਕੀਤਾ ਹੈ। ਰਹੀ ਚਮੂ ਵਿਸ਼ਵਾਈ। ਵੀ ਫੌਜ ਜਿਹੜੀ ਉਹ ਸਾਰੀ ਪਿੱਛੇ ਰਹਿ ਗਈ, ਗੁਰੂ ਗੋਬਿੰਦ ਸਿੰਘ ਜੀ ਅੱਗੇ ਚਲੇ ਗਏ। ਨਾਮ ਗਰਾਮ ਚਮਕੌਰ ਤੁੰਗ ਬਲ। ਤਾਂ ਕਹਿੰਦੇ ਵੀ ਜਿਸ ਨਗਰ ਦਾ ਨਾਮ ਹੈ ਚਮਕੌਰ ਤੇ ਉਹਦੇ ਵਿੱਚ ਤੁੰਗ ਥਲ ਜਿਹੜਾ ਉੱਚਾ ਥਾਂ ਹੈ, ਆਏ ਸੁਕਾਏ ਮਦੀਨਾ। ਤਾਂ ਉਸ ਥਾਂ ਦੇ ਉੱਤੇ ਆ ਗਏ ਆ ਗੁਰੂ ਗੋਬਿੰਦ ਸਿੰਘ ਜੀ ਤੇ ਆ ਕੇ ਮਹਾਰਾਜ ਸਾਹਿਬ ਨੇ ਉੱਥੇ ਮੋਰਚਾਬੰਦੀ ਕਰ ਲਈ। ਕਹਿੰਦੇ ਵੀ ਇਹ ਖਬਰ ਜਿਹੜੀ ਇਧਰੋਂ 10 ਲੱਖ ਫੌਜ ਆ ਰਹੀ ਸੀ ਨਾ ਦਿੱਲੀ ਤੋਂ, ਉਹਨਾਂ ਨੂੰ ਇਹ ਪਤਾ ਲੱਗ ਗਿਆ ਵੀ ਗੁਰੂ ਗੋਬਿੰਦ ਸਿੰਘ ਜੀ ਚਮਕੌਰ ਨਗਰ ਵਿੱਚ ਚਲੇ ਗਏ ਆ। ਚਮਕੌਰ ਦੇ ਵਿੱਚ ਜਿਹੜਾ ਉੱਚਾ ਥਾਂ ਵਾ ਤੇ ਉੱਥੇ ਗੁਰੂ ਗੋਬਿੰਦ ਸਿੰਘ ਜੀ ਨੇ ਉਹ ਥਾਂ ਕਾਇਮ ਕਰ ਲਿਆ, ਭਾਵ ਉੱਥੇ ਮੋਰਚਾਬੰਦੀ ਕਰ ਲਈ ਹੈ। ਦਈ ਸਕਲ ਸੁਧ ਗਇਓ ਜਾ ਇੱਕ। ਤਾਂ ਉਸ ਵੇਲੇ ਦਈ ਸਕਲ ਸੁਧ ਸਾਰੀ ਜਿਹੜੀ ਖਬਰ ਹੈ ਉਹਨਾਂ ਨੇ ਦਿੱਤੀ ਹੈ। ਹਮਕੋ ਗੁਰ ਗਹਿ ਲੀਨਾ। ਕਹਿੰਦੇ ਵੀ ਉਹ ਜਿਸ ਜ਼ਿਮੀਂਦਾਰ ਨੂੰ ਫੜਿਆ ਸੀ ਨਾ, ਗ੍ਰਿਫਤਾਰ ਕੀਤਾ ਸੀ, ਲੈ ਕੇ ਗਏ ਸੀ ਚੌਧਰੀ ਨੂੰ, ਉਹਨੂੰ ਫਿਰ ਛੱਡਿਆ, ਉਹਨੇ ਜਾ ਕੇ ਸਾਰੀ ਖਬਰ ਦੇ ਦਿੱਤੀ ਵੀ ਗੁਰੂ ਗੋਬਿੰਦ ਸਿੰਘ ਹਵੇਲੀ ਵਿੱਚ ਸਾਡੇ ਜਾ ਪਹੁੰਚੇ ਹਨ। ਜੈ ਸਜਾਏ ਕਰ ਸ਼ੀਲ ਸੁਲੀਨਸ। ਤੇ ਉਸ ਬੰਦੇ ਨੇ, ਉਹ ਚੌਧਰੀ ਨੇ ਜਾ ਕੇ ਕਹਿੰਦੇ ਦਿੱਲੀ ਵਾਲੀ ਫੌਜ ਨੂੰ ਦੱਸ ਦਿੱਤਾ, ਕਹਿੰਦਾ ਵੀ ਮੈਨੂੰ ਤੇ ਬੰਨ ਲਿਆ ਸੀ ਉਹਨਾਂ ਨੇ ਤੇ ਮੇਰੀ ਹਵੇਲੀ ਵਿੱਚ ਵੜ ਗਏ ਜਾ ਕੇ। ਮੇਰੇ ਪਿੰਡ ਵਿੱਚ ਜੋ ਜ਼ਿਮੀਂਦਾਰਾਂ ਦੀ ਹਵੇਲੀ ਸੀ ਉਹ ਤਾਂ ਚੌਧਰੀ ਸੀ ਨਾ, ਤਾਂ ਉਹ ਕਹਿੰਦਾ ਹੈ ਵੀ ਮੈਨੂੰ ਉਹਨਾਂ ਨੇ ਫੜ ਲਿਆ ਸੀ। ਦੈ ਸਜਾਏ ਘਰ ਸ਼ੀਨ ਸੋਲੀਨਾ, ਮੇਰੇ ਨਗਰ ਵਿੱਚ ਜਿਹੜਾ ਜ਼ਿਮੀਂਦਾਰਾਂ ਦਾ ਘਰ ਹੈ ਉਹਨਾਂ ਨੂੰ ਸਜ਼ਾ ਦੇਤੀ, ਭਾਵ ਉਹਨਾਂ ਨੂੰ ਬਾਹਰ ਕੱਢ ਦਿੱਤਾ ਤੇ ਉਸੇ ਉਹਨਾਂ ਨੇ ਆਪਣੀ ਮੋਰਚਾਬੰਦੀ ਕਰ ਲਈ ਹੈ। ਆਪ ਬੜਿਓ ਵਿੱਚ ਆਏ। ਕਹਿੰਦੇ ਉਹ ਘਰ ਖੋਲਿਆ ਗੁਰੂ ਗੋਬਿੰਦ ਸਿੰਘ ਨੇ ਤੇ ਉਹਦੇ ਵਿੱਚ ਆਪ ਆ ਵੜੇ ਹਨ। ਹੁਣ ਖੋਇਆ ਉਹਨੇ ਕਿਹਾ ਹੈ, ਪਰ ਦੂਜੇ ਭਰਾ ਨੂੰ 50 ਮੋਹਰਾਂ ਵੀ ਤਾਂ ਸੋਨੇ ਦੀਆਂ ਦਿੱਤੀਆਂ ਨਾ, ਜਿਹਨੇ ਆਖਿਆ ਵੀ ਮੈਂ ਅੱਧ ਦਾ ਮਾਲਕ ਹਾਂ, ਉਹਨੂੰ 50 ਮੋਹਰਾਂ ਦਿੱਤੀਆਂ। ਗੁਰੂ ਗੋਬਿੰਦ ਸਿੰਘ ਮਹਾਰਾਜ ਇਕੱਲੇ ਹੀ ਨਹੀਂ, ਸਾਰੇ ਗੁਰੂ ਸਾਹਿਬ ਹੀ। ਸਤਿਗੁਰੂ ਖੋਂਦੇ ਨਹੀਂ ਕੁਝ, ਸਤਿਗੁਰੂ ਤਾਂ ਦਿੰਦੇ ਹੀ ਆ। ਮਹਾਰਾਜ ਸਾਹਿਬ ਨਹੀਂ ਖੋਂਦੇ, ਸਾਰਾ ਕੁਝ ਇਸ ਦੇਸ਼ ਦੇ ਵਾਸਤੇ ਆਪਣਾ ਪਿਤਾ ਦਿੱਤਾ। ਹਾਲੇ 2 ਦਿਨ ਪਹਿਲਾਂ ਆਪਾਂ ਮਹਾਰਾਜ ਦੇ ਪਿਤਾ ਜੀ ਦਾ ਸ਼ਹੀਦੀ ਦਿਹਾੜਾ ਮਨਾ ਕੇ ਹਟੇ। ਤਿਲਕ ਜੰਨੂ ਨੂੰ ਬਚਾਉਣ ਵਾਸਤੇ, ਤਿਲਕ ਜੰਨੂ ਰਾਖਾ ਪ੍ਰਭ ਤਾਕਾ, ਕੀਨੋ ਵੱਡੋ ਕਲੂ ਮਹਿ ਸਾਕਾ, ਸਾਧਨ ਹੇਤ ਇਤੀ ਜਨ ਕਰੀ, ਸੀਸ ਦਿਆ ਪਰ ਸੀ ਨਾ ਉਚਰੇ। ਪੌਣੇ 9 ਸਾਲ ਦੀ ਉਮਰ ਦੇ ਵਿੱਚ ਮਹਾਰਾਜ ਸਾਹਿਬ ਨੇ ਆਪਣਾ ਪਿਤਾ ਦਿੱਤਾ ਇਸ ਦੇਸ਼ ਨੂੰ। ਇਸ ਕਰਕੇ ਗੁਰੂ ਸਾਹਿਬ ਜੀ ਖੁੰਦੇ ਨਹੀਂ, ਗੁਰੂ ਸਾਹਿਬ ਦਿੰਦੇ ਆ, ਗੁਰੂ ਸਾਹਿਬ ਦਾਤੇ ਆ। ਤਾਂ ਉਹਨੇ ਛਲ ਕੀਤਾ ਸੀ ਤਾਂ ਉਹਨੂੰ ਇਹ ਸਜ਼ਾ ਮਿਲੀ, ਇੰਨੀ ਕੁ ਕਪਟ ਕੀਤਾ ਸੀ ਮਹਾਰਾਜ ਸਾਹਿਬ ਦੇ ਨਾਲ। ਤਾਂ ਇਸ ਕਰਕੇ ਉਹ ਸਾਰੀ ਗੱਲ ਦੱਸ ਰਿਹਾ, ਕਹਿੰਦੇ ਵੀ ਗੁਰੂ ਗੋਬਿੰਦ ਸਿੰਘ ਉਸ ਮੇਰੇ ਨਗਰ ਦੇ ਵਿੱਚ ਜ਼ਿਮੀਂਦਾਰਾਂ ਦੀ ਹਵੇਲੀ ਦੇ ਵਿੱਚ ਵੜ ਗਏ ਹਨ। ਚਾਲੀ ਕਹਿ 50 ਸੰਗ ਘਟ ਲੈ। ਫਿਰ ਉਹ ਜਿਹੜੀ ਤੁਰਕਾਂ ਦੀ ਫੌਜ ਆ ਰਹੀ ਸੀ ਨਾ 10 ਲੱਖ ਦਿੱਲੀਓਂ, ਉਹ ਪੁੱਛਦੇ ਆ ਵੀ ਇਹ ਦੱਸ ਵੀ ਕਿੰਨੀ ਕੁ ਫੌਜ ਹੈ ਗੁਰੂ ਗੋਬਿੰਦ ਸਿੰਘ ਦੇ ਨਾਲ। ਤੇ ਉਹ ਦੱਸਦਾ ਵਾ ਚੌਧਰੀ, ਕਹਿੰਦਾ ਵੀ 40 ਤੇ ਜਾਂ 50 ਹੋਣਗੇ, ਇੰਨੇ ਕੁ ਸਾਥੀ ਆ ਗੁਰੂ ਗੋਬਿੰਦ ਸਿੰਘ ਜੀ ਦੇ, ਵੀ ਜਾਂ 40 ਤੇ ਜਾਂ 50 ਹੋਣਗੇ। ਮਰੇ ਸਮੁਦਾਈ। ਕਹਿੰਦਾ ਹੋਰ ਬਹੁਤੀ ਫੌਜ ਨਹੀਂ ਉਹਨਾਂ ਨਾਲ, ਬਾਕੀ ਸਾਰੇ ਉਹਨਾਂ ਦੇ ਸਾਥੀ ਮਰ ਗਏ ਹਨ। ਨਰ ਤਾਰਾ ਦੇ ਸਦਨ ਮਝਾੜਾ।
ਹੋਰ ਜਿੰਨੇ ਮਰਦ ਇਸਤਰੀਆਂ ਘਰ ਵਿੱਚ ਸਨ ਦੇ ਕਾਟ ਬੜੇ ਆਈ ਉਹਨਾਂ ਨੂੰ ਜ਼ਬਰਦਸਤੀ ਗੁਰੂ ਗੋਬਿੰਦ ਸਿੰਘ ਦੇ ਸਿੰਘਾਂ ਨੇ ਉੱਥੋਂ ਕੱਢ ਦਿੱਤਾ, ਮਹਾਰਾਜ ਨੇ ਕਢਾ ਦਿੱਤਾ। ਤੇ ਉਹਨਾਂ ਦਾ ਭਲਾ ਹੀ ਕੀਤਾ ਵਾ, ਜੇ ਉੱਥੇ ਰਹਿੰਦੇ ਤੇ ਉਹਨਾਂ ਦੀਆਂ ਵੀ ਨਾਲ ਹੀ ਸ਼ਹੀਦੀਆਂ ਹੋ ਜਾਣੀਆਂ ਸੀ। ਤੇ ਮਹਾਰਾਜ ਨੇ ਤੇ ਆਖਿਆ ਵੀ ਤੁਸੀਂ ਬਚੋ, ਆਪਣਾ ਆਪ ਬਚਾ ਲਓ ਜਾਂ ਚਲੇ ਜਾਓ, ਇੱਥੇ ਤੇ ਹੁਣ ਜੰਗ ਹੋਣਾ। ਇਸ ਕਰਕੇ ਉਹਨਾਂ ਨੂੰ ਉੱਥੋਂ ਬਾਹਰ ਕੱਢ ਦਿੱਤਾ। ਤੇ ਉਹ ਕਹਿੰਦਾ ਹੈ ਵੀ ਜ਼ਬਰਦਸਤੀ ਉੱਥੋਂ ਕੱਢ ਦਿੱਤਾ ਹੈ। ਗੁਰੂ ਗੋਬਿੰਦ ਸਿੰਘ ਜੀ ਉਸ ਹਵੇਲੀ ਵਿੱਚ ਪ੍ਰਵੇਸ਼ ਕਰ ਗਏ, ਉਸ ਨੂੰ ਕਿਲਾ ਜਾਣ ਕੇ। ਪਰ ਮੈਨੂੰ ਪਤਾ ਵਾ, ਉਹ ਚੌਧਰੀ ਕਹਿੰਦਾ ਵੀ ਉਹਦੇ 'ਚ ਲੜਾਈ ਨਹੀਂ ਹੋ ਸਕਣੀ ਗੁਰੂ ਗੋਬਿੰਦ ਸਿੰਘ ਤੋਂ, ਕਿਉਂਕਿ ਉਹ ਕੋਈ ਕਿਲਾ ਨਹੀਂ ਹੈ, ਉੱਚੀ ਥਾਂ ਤੇ ਇੱਕ ਹਵੇਲੀ ਹੈ। ਨਾ ਉਹਦੇ ਵਿੱਚ ਕੋਈ ਮੋਰਚਾ ਹੈ, ਨਾ ਉਹਦੇ ਆਲੇ ਦੁਆਲੇ ਕੋਈ ਖਾਈ ਹੈ ਵੱਡੀ, ਤੇ ਨਾ ਉਹਦਾ ਦਰਵਾਜ਼ੇ ਦੀ ਥਾਂ ਵੀ ਕੋਈ ਸਖਤ ਨਹੀਂ ਹੈ, ਦਰਵਾਜ਼ਾ ਵੀ ਕਰੜਾ ਨਹੀਂ ਉੱਥੇ ਲੱਗਾ ਹੋਇਆ। ਕਹਿੰਦੇ ਵੀ ਉੱਥੇ ਚਲੇ ਤਾਂ ਗਏ ਆ, ਗੁਰੂ ਗੋਬਿੰਦ ਸਿੰਘ ਨੇ ਪ੍ਰਵੇਸ਼ ਤਾਂ ਉੱਥੇ ਕਰ ਲਿਆ ਹੈ। ਹੁਣ ਤੁਸੀਂ ਚੱਲੋ ਤੇ ਉੱਥੋਂ ਗੁਰੂ ਗੋਬਿੰਦ ਸਿੰਘ ਨੂੰ ਕੱਢ ਲਵੋ। ਤਾਂ ਉਸ ਵੇਲੇ ਸੁਣੇ ਤੁਰਕ ਤਬ ਹਯਨ ਤਵਾਏ, ਇਹ ਗੱਲ ਸੁਣ ਕਰਕੇ ਤੇ ਤੁਰਕਾਂ ਨੇ ਘੋੜੇ ਭਜਾ ਦਿੱਤੇ ਇੱਧਰ ਨੂੰ। ਬਹੁਤੇ ਨਗਾਰੇ, ਕਿਉਂਕਿ 10 ਲੱਖ ਫੌਜ ਹੈ ਤੇ ਕਿੰਨੇ ਨਗਾਰੇ ਹੋਣਗੇ ਵਿੱਚ। ਕਹਿੰਦੇ ਕਿ ਬਹੁਤੇ ਜਿਹੜੇ ਨਗਾਰੇ ਆ ਨਾ, ਧੌਂਸੇ ਧੁੰਕਾਰ ਦਿੱਤੇ, ਨਗਾਰੇ ਖੜਕਾ ਦਿੱਤੇ। ਇਹ ਆਨੰਦਪੁਰ ਸਾਹਿਬ ਵਾਲੀ ਫੌਜ ਨਾਲੋਂ ਦਿੱਲੀ ਵਾਲੀ ਫੌਜ ਨੂੰ ਪਹਿਲੋਂ ਪਤਾ ਲੱਗ ਗਿਆ ਵੀ ਗੁਰੂ ਗੋਬਿੰਦ ਸਿੰਘ ਜੀ ਚਮਕੌਰ ਸਾਹਿਬ ਚਲੇ ਗਏ। ਉਹ ਵੀ ਲੱਭਦੇ ਆਉਂਦੇ, ਉਹਨਾਂ ਨੇ ਵੀ ਆਉਣਾ, ਇਹਨਾਂ ਨੂੰ ਤੇ ਜਾ ਕੇ ਚੌਧਰੀ ਨੇ ਆਪ ਦੱਸ ਦਿੱਤਾ ਨਾ ਅੱਗੋਂ ਵੀ ਮੇਰੇ ਪਿੰਡ ਵਿੱਚ ਵਾ ਗੁਰੂ ਗੋਬਿੰਦ ਸਿੰਘ ਜੀ। ਤੇ ਇਸ ਤਰੀਕੇ ਦੇ ਨਾਲ ਹੁਣ ਜਦੋਂ 10 ਲੱਖ ਫੌਜ ਉਹ ਆ ਰਹੀ ਆ, ਤੇ 10 ਲੱਖ ਹੀ ਇੱਧਰਲੇ ਪਾਸਿਓਂ ਆਨੰਦਪੁਰ ਸਾਹਿਬ ਵਾਲੇ ਪਾਸਿਓਂ, ਇਹ 20 ਲੱਖ ਤੋਂ ਵੱਧ ਫੌਜ ਆ। ਉੱਡੀ ਧੂੜ ਅਸਮਾਨ ਗਇਓ ਭਾਰ, ਕਹਿੰਦੇ ਵੀ ਜਦੋਂ ਇੰਨੀ ਫੌਜ ਚੱਲੀ ਆ ਤੇ ਧੂੜ ਉੱਡੀ ਆ ਤੇ ਅਸਮਾਨ ਧੂੜ ਘੱਟੇ ਨਾਲ ਭਰ ਗਿਆ। ਬਹੁਤਾ ਹੀ ਹਨੇਰਾ ਹੋ ਗਿਆ। ਉਂਝ ਦਿਨ ਸੀ ਤਾਂ ਕਹਿੰਦੇ ਵੀ ਹਨੇਰਾ ਤੇ ਗੁਬਾਰ ਛਾ ਗਿਆ ਹੈ। ਤੇ ਜਿਸ ਵੇਲੇ ਜਾ ਕੇ ਦੱਸਿਆ ਉਦੋਂ ਹਾਲੇ ਦਿਨ ਸੀ, ਤਾਂ ਕਹਿੰਦੇ ਸ਼ਾਦ ਲੀਨ, ਇਹ ਧੂੜ ਘੱਟਾ ਜਦੋਂ ਉੱਡਿਆ ਹੈ ਤੇ ਉਸ ਧੂੜ ਨੇ ਘੱਟੇ ਨੇ ਸਾਰੇ ਸੂਰਜ ਨੂੰ ਹੀ ਢੱਕ ਲਿਆ। ਹਾਂ, ਤੇ ਹੱਥ ਪਸਾਰਿਆ ਵੀ ਦਿਸਦਾ ਨਹੀਂ ਹੈ, ਇੰਨੀ ਕਹਿੰਦੇ ਧੁੱਦਲ ਉੱਡੀ ਹੈ। ਤੇ ਚੱਲੀ ਆਈ ਹੈ ਸਾਰੀ ਫੌਜ 10 ਲੱਖ ਦਿੱਲੀ ਵਾਲੀ ਚਮਕੌਰ ਸਾਹਿਬ ਵੱਲ ਨੂੰ। ਜਾਣੋ ਵੀ ਇਹ 10 ਲੱਖ ਦਿੱਲੀ ਵਾਲੀ ਫੌਜ ਹੀ ਨਹੀਂ ਆ ਰਹੀ, ਇਹ ਤਾਂ ਜਿਵੇਂ ਸਮੁੰਦਰ ਨਹੀਂ ਉਛਲ ਕੇ ਆ ਰਿਹਾ, ਸਮੁੰਦਰ ਦੀ ਤਰ੍ਹਾਂ ਉਛਲ ਕੇ ਇਹ ਘੋੜੇ ਦੌੜਦੇ ਇੱਧਰ ਨੂੰ ਆ ਰਹੇ ਹਨ। ਹੁਣ ਉਹਨਾਂ ਤੁਰਕਾਂ ਦੀ ਫੌਜ ਵਿੱਚ ਜਿਹੜੇ ਸਰਦਾਰ ਸੀ ਨਾ, ਸਿਪਾਹੀ ਤਾਂ ਬਹੁਤੇ ਆ, ਤੇ ਫੌਜ ਦੇ ਵਿੱਚ ਸਰਦਾਰ ਹੁੰਦੇ ਨਾ, ਜਰਨੈਲ ਹੁੰਦੇ, ਉਹਨਾਂ ਕਹਿੰਦੇ ਵੀ ਸਰਦਾਰਾਂ ਦੇ ਹੁਣ ਮੈਂ ਨਾਮ ਸੁਣਾਉਂਦਾ ਹਾਂ ਗਿਣ ਗਿਣ ਕੇ। ਉਹਨਾਂ ਸਮੂਹ ਸਰਦਾਰਾਂ ਦੇ ਨਾਮ ਸੁਣੋ ਜਿਹੜੇ ਤੁਰਕਾਂ ਦੀ ਫੌਜ ਦੇ ਵਿੱਚ ਸਰਦਾਰ ਸੀ। ਵੇਖੋ ਕਿੰਨੀ ਵੱਡੀ ਖੋਜ ਹੈ ਭਾਈ ਸੰਤੋਖ ਸਿੰਘ ਜੀ। ਇਧਰਲੇ ਤੇ ਨਾਮ ਜਾਣਦੇ ਹੀ ਹੈ, ਕਹਿੰਦੇ ਉਹਨਾਂ ਦੀ ਫੌਜ ਦੇ ਵੀ ਨਾਂ ਸੁਣ ਲਓ। ਜਿਹੜੀ 10 ਲੱਖ ਫੌਜ ਚੜ੍ਹ ਕੇ ਆ ਰਹੀ ਸੀ, ਉਹਨਾਂ ਦੇ ਵਿੱਚ ਜਿਹੜੇ ਜਰਨੈਲ ਸੀ ਉਹਨਾਂ ਦੇ ਨਾਮ ਸੁਣੋ। ਕਹਿੰਦੇ ਇੱਕ ਦਾ ਨਾਂ ਸੀ ਨਾਹਰ ਖਾਂ, ਭੱਟ ਨਾਮ ਸੂਰਮੇ ਦਾ, ਤਾਂ ਇੱਕ ਸੀ ਗੈਰਤ ਖਾਂ, ਉਹਦਾ ਨਾਮ, ਤੇ ਇੱਕ ਪੁਲਾਦ ਖਾਨ, ਤੇ ਉਹਨੇ ਵੀ ਕਹਿੰਦੇ ਵਾਗਾਂ ਉਠਾਈਆਂ ਹੋਈਆਂ ਘੋੜੇ ਦੀਆਂ। ਇੱਕ ਦਾ ਨਾਮ ਇਸਮਾਇਲ ਖਾਂ, ਤੀਜੇ ਦਾ, ਤੇ ਚੌਥੇ ਦਾ ਨਾਮ ਬਹਾਦਰ ਖਾਨ, ਬਹਾਦਰ। ਤਾਂ ਕਹਿੰਦੇ ਵੀ ਦੌੜਦਾ ਹੋਇਆ ਸਮਾਨ ਖਾਂ ਵੀ ਆ ਰਿਹਾ ਹੈ ਇੱਕ।
ਵੀਰ ਇੱਕ ਦਾ ਨਾਮ ਸੁਲਤਾਨ ਖਾਂ, ਇੱਕ ਦਾ ਨਾਂ ਜਹਾਨ ਖਾਂ। ਤੇ ਇਹ ਵੀ ਵੀਰ ਕਹਿੰਦੇ ਸੂਰਮੇ ਕਹਾਉਂਦੇ ਆ ਆਪਣੇ ਆਪ ਨੂੰ ਤੁਰਕਾਂ ਦੀ ਫੌਜ ਦੇ ਵਿੱਚ। ਪਠਾਨਨ ਭੀਰ ਗਈ ਕਿਮ ਜਾਈ। ਕਹਿੰਦੇ ਬਾਕੀ ਪਠਾਣਾ ਦੀ ਭੀੜ ਤਾਂ ਬਹੁਤੀ ਜ਼ਿਆਦੀ, ਉਹ ਸਾਰੀ ਕਿੱਥੋਂ ਗਿਣੀ ਜਾ ਸਕਦੀ। ਕਹਿੰਦੇ 94 ਦੇ ਨਾਂ ਤੇ ਦੱਸ ਦਿੱਤੇ ਜਰਨੈਲਾਂ ਦੇ, ਹੁਣ 10 ਲੱਖ ਦੀ ਭੀੜ ਕਿਵੇਂ ਗਿਣ ਕੇ ਦੱਸਾਂ, ਤੋ ਕੱਲੇ ਕੱਲੇ ਦਾ ਨਾਂ ਕਿਵੇਂ ਦੱਸਾਂ। 94 ਦੇ ਨਾਮ ਦੱਸ ਦਿੱਤੇ ਹਨ। ਪਵਿੱਤਰ ਮੀਆਂ ਖਾਨ, ਭੂਰੇ ਖਾਨ, ਸੈਦ ਖਾਨ, ਨੂਰੇ ਖਾਨ। ਹਾਂਜੀ, ਕਹਿੰਦੇ ਇੱਕ ਦਾ ਨਾਂ ਮੀਆਂ ਖਾਨ, ਇੱਕ ਦਾ ਨਾਂ ਭੂਰੇ ਖਾਨ ਪਠਾਨ ਜਿਹੜੇ, ਇੱਕ ਦਾ ਨਾਂ ਸੈਦ ਖਾਨ, ਇੱਕ ਦਾ ਨਾਂ ਨੂਰੇ ਖਾਨ। ਫੂਲ ਖਾਨ, ਗੁਲ ਖਾਨ, ਹੁਸੈਨ ਖਾਨ ਧਾਇਓ। ਇੱਕ ਦਾ ਨਾਂ ਫੂਲ ਖਾਨ, ਇੱਕ ਦਾ ਨਾਂ ਗੁੱਲ ਖਾਂ, ਇੱਕ ਦਾ ਨਾਂ ਹੁਸੈਨ ਖਾਂ। ਸਾਰੇ ਦੌੜਾਈ ਆਉਂਦੇ ਘੋੜਿਆਂ ਨੂੰ। ਬਲੀ ਵੇਗ ਮੁਗਲ ਕਮਾਨ ਕਹਿ, ਬੇਗ ਜੁਤ ਅਮਰ ਖਲੀਲ ਖਾਨ ਦਲ ਉਮੜਾਇਓ ਹੈ। ਇਹ ਬਲੀ ਬੇਗ ਇੱਕ ਦਾ ਨਾਂ, ਇੱਕ ਦਾ ਨਾਂ ਮੁਗਲ। ਤੋ ਇਸੇ ਤਰ੍ਹਾਂ ਇਹ ਮੁਗਲ ਜਿੰਨੇ ਵੀ ਆ, ਕਮਾਨ ਗਏ ਹੈ ਬੇਗ ਜੁੱਤ। ਕਹਿੰਦੇ ਬੜੀ ਛੇਤੀ ਦੇ ਨਾਲ ਇਹਨਾਂ ਨੇ ਕਮਾਨ ਫੜੇ ਹੋਏ ਆ। ਤੇ ਅਪਰ ਖਲੀਲ ਖਾਨ ਦਲ ਉਮੜਾਇਓ, ਇੱਕ ਦਾ ਨਾਂ ਖਲੀਲ ਖਾਨ ਹੈ। ਤੇ ਉਹਨਾਂ ਨੇ ਕਹਿੰਦੇ ਵੀ ਆਪਣਾ ਦਲ ਜਿਹੜਾ ਉਮੜਾਇਆ ਹੋਇਆ, ਭਾਵ ਛੇਤੀ ਨਾਲ ਆ ਰਹੇ ਹਨ। ਮਿਰਜ਼ਾ ਹਯਾਤ ਬੇਗ ਸੈਨਾਸੋਂ ਕਰਮ ਬੇਗ। ਤਾਂ ਇੱਕ ਦਾ ਨਾਂ ਮਿਰਜ਼ਾ ਹਯਾਤ ਬੇਗ ਹੈ। ਇਸੇ ਤਰ੍ਹਾਂ ਇੱਕ ਦਾ ਨਾਂ ਕਰਮ ਬੇਗ ਹੈ, ਉਹ ਫੌਜ ਲੈ ਕੇ ਆ ਰਹੇ ਹਨ। ਸੈਯਦ ਮਹਿਮੂਦ ਅਲੀ ਜੋ ਸ਼ਿਤਾਬ ਆਇਓ ਹੈ। ਇੱਕ ਸੈਯਦ ਵਾ ਇਹਨਾਂ ਦੇ ਵਿੱਚ, ਉਹਦਾ ਨਾਮ ਮਹਿਮੂਦ ਅਲੀ, ਉਹ ਵੀ ਬੜੀ ਛੇਤੀ ਦੇ ਨਾਲ ਆਪਣਾ ਘੋੜਾ ਭਜਾਈ ਆਉਂਦਾ ਹੈ। ਵੀਰ ਬੇਗ ਜਾਫਰ ਇਮਾਨ ਆਨ ਕਾਫਰ। ਕਾਫਰ। ਕਹਿੰਦੇ ਵੀ ਵੀਰ ਬੇਗ ਤੇ ਜਿਹੜੇ ਵੀਰ, ਇਹ ਜਾਫਰ ਬੇਗ ਹੈ ਨਾ, ਜਾਫਰ ਬੇਗ ਉਹਦਾ ਨਾਂ, ਤੇ ਵੀਰ ਕਹੀਏ ਸੂਰਮਾ। ਇਮਾਨ ਹਾਨ ਕਾਫਰ, ਤੇ ਇਹਨਾਂ ਨੇ ਆਪਣੇ ਇਮਾਨ ਨੂੰ ਹਾਨੀ ਪਹੁੰਚਾਈ ਆ। ਇਮਾਨ ਕਹੀਏ ਧਰਮ ਨੂੰ, ਵੀ ਧਰਮ ਤਿਆਗ ਦਿੱਤਾ, ਕਸਮਾਂ ਖਾਧੀਆਂ ਸੀ ਨਾ, ਉਹ ਤਿਆਗ ਦਿੱਤੀਆਂ। ਕਹਿੰਦੇ ਵੀ ਇਹ ਜਾਫਰ ਬੇਗ ਆਦਿਕ ਜਿੰਨੇ ਵੀ ਆ, ਇਹ ਕਾਫਰ ਹੋ ਕੇ ਆ ਰਹੇ ਹਨ। ਭੇ ਕਸਮ ਕੁਰਾਨ ਕੀ ਕੁਫਰ ਕਹਿਵਾਇਓ ਹੈ। ਕਾਫਰ ਤਾਂ ਬਣ ਗਏ ਕਿਉਂਕਿ ਇਹਨਾਂ ਨੇ ਕੁਰਾਨ ਦੀ ਕਸਮ ਚੁੱਕੀ ਆ, ਝੂਠ ਬੋਲਿਆ, ਕਿਉਂਕਿ ਉਹਦੇ ਦੇ ਉੱਤੇ ਟਿਕੇ ਨਹੀਂ, ਜਿਹੜੀ ਫਿਰ ਕਸਮਾਂ ਇਹਨਾਂ ਨੇ ਖਾਧੀਆਂ ਸੀ, ਤੇ ਕੁਫਰ ਕਹਿਵਾਇਓ। ਇਸ ਤਰ੍ਹਾਂ ਇਹ ਸਾਰੀ ਫੌਜ 10 ਲੱਖ ਦੀ ਦਿੱਲੀਓਂ ਭਜਦੀ ਹੋਈ ਇਧਰ ਨੂੰ ਆ ਰਹੀ ਹੈ। ਪਤਾ ਲੱਗਾ ਜਦੋਂ ਵੀ ਗੁਰੂ ਗੋਬਿੰਦ ਸਿੰਘ ਚਮਕੌਰ ਦੇ ਵਿੱਚ ਹੈ, ਤੇ ਇੱਧਰ ਆਨੰਦਪੁਰ ਸਾਹਿਬ ਵਾਲੀ ਫੌਜ ਵੀ ਫਿਰ ਇੱਧਰ ਹੀ ਆ ਜਾਂਦੀ ਹੈ। ਤੇ 4 ਚੁਫੇਰਿਓਂ ਘੇਰਾ ਇਸ ਤਰ੍ਹਾਂ ਪਾਇਆ ਹੈ ਚਮਕੌਰ ਦੀ ਉਸ ਕੱਚੀ ਗੜੀ ਨੂੰ, ਵੀ ਜਿਵੇਂ 4 ਚੁਫੇਰੇ ਫੌਜ ਇਸ ਤਰ੍ਹਾਂ ਪ੍ਰਤੀਤ ਹੁੰਦੀ ਹੈ ਵੀ ਜਿਵੇਂ ਇੱਕ ਸਮੁੰਦਰ ਹੈ, ਤੇ ਉਹ ਨਿੱਕੀ ਜਿਹੀ ਹਵੇਲੀ ਵਿੱਚ ਇਸ ਤਰ੍ਹਾਂ ਪ੍ਰਤੀਤ ਹੁੰਦੀ ਜਿਵੇਂ ਸਮੁੰਦਰ ਦੇ ਕੋਈ ਨਿੱਕੀ ਜਿਹੀ ਕਿਸ਼ਤੀ ਤਰਦੀ ਹੋਵੇ। ਇੰਨੀ ਫੌਜ ਹੈ 4 ਚੁਫੇਰੇ, ਤੇ 40 ਸਿੰਘਾਂ ਦੇ ਸਮੇਤ ਉੱਥੇ ਗੁਰੂ ਬਾਜਾਂ ਵਾਲੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ, ਜਿਨ੍ਹਾਂ ਨੇ 7 ਪੋਹ ਦੀ ਸ਼ਾਮ ਨੂੰ ਉੱਥੇ ਪ੍ਰਵੇਸ਼ ਕੀਤਾ ਹੈ। ਤੇ ਜੋਗੀ ਅੱਲਾ ਯਾਰ ਖਾਨ ਨੇ ਇਹ ਵੀ ਲਿਖਿਆ ਵੀ ਉੱਥੇ ਇੱਕ ਛੋਟਾ ਜਿਹਾ ਤੰਬੂ ਵੀ ਲਾ ਦਿੱਤਾ ਉਸ ਹਵੇਲੀ 'ਚ ਸਿੰਘਾਂ ਨੇ ਮਹਾਰਾਜ ਵਾਸਤੇ, ਤੇ ਉਹਦੇ ਵਿੱਚ ਬੈਠ ਕੇ ਸ਼ਾਮ ਨੂੰ 7 ਪੋਹ ਦੀ ਸ਼ਾਮ ਨੂੰ ਰਹਿਰਾ ਸਾਹਿਬ ਦਾ ਪਾਠ ਕੀਤਾ। ਜੋਗੀ ਅੱਲਾ ਯਾਰ ਖਾਂ ਤੇ ਆਪਣੇ ਤਰੀਕੇ ਨਾਲ ਉਹ ਕਹਿੰਦਾ ਵੀ ਖੁਦਾ ਦਾ ਜ਼ਿਕਰ ਕੀਤਾ ਉੱਥੇ ਗੁਰੂ ਗੋਬਿੰਦ ਸਿੰਘ ਜੀ ਨੇ। ਉਹ ਕਹਿੰਦਾ ਖੁਦਾ ਦਾ ਜ਼ਿਕਰ ਕੀਤਾ, ਤੇ ਉਹਦਾ ਭਾਵ ਇਹੀ ਹੈ ਵੀ ਉਹ ਤੇ ਮਹਾਰਾਜ ਨੇ ਚੌਂਕੜਾ ਲਾ ਕੇ 7 ਪੋਹ ਦੀ ਸ਼ਾਮ ਨੂੰ ਰਹਿਰਾ ਸਾਹਿਬ ਦਾ ਪਾਠ ਕੀਤਾ ਗੁਰੂ ਗੋਬਿੰਦ ਸਿੰਘ ਮਹਾਰਾਜ। ਉਹ ਇਸ ਤਰ੍ਹਾਂ ਕਹਿੰਦਾ ਹੈ ਜੋਗੀ, ਜਬ 1.5 घड़ी रात गई जिक्रे खुदा में, ਖੈਮੇ ਸੇ ਨਿਕਲੇ ਆਏ ਸਰਕਾਰ ਹਵਾ ਮੇ। ਤੰਬੂ ਦੇ ਵਿੱਚੋਂ ਨਿਕਲ ਆਏ ਤੇ ਬਾਹਰ ਉਸ ਹਵੇਲੀ ਦੇ ਵਿੱਚ ਟਹਿਲਦੇ। जब 1.5 घड़ी रात गई जिक्रे खुदा में, खैमे से निकले आए सरकार हवा में, कदमों से टहलते थे मगर दिल था दुआ में। ਸੋਹਣੇ ਕਦਮਾਂ ਨਾਲ ਟਹਿਲ ਰਹੇ ਉਸ ਹਵੇਲੀ ਦੇ ਵਿੱਚ, ਤੇ ਦਿਲ ਦੁਆ ਕਰ ਰਿਹਾ, ਭਾਵ ਅਰਦਾਸ ਦੇ ਵਿੱਚ, ਸ਼ੁਕਰ ਵਿੱਚ ਜੁੜਿਆ ਹੋਇਆ ਕਰਤਾਰ ਦੇ।
कदमों से टहलते थे मगर दिल था दुआ में, बोले ऐ खुदावंद खुश हूं तेरी रजा में, तेरी रजा च खुश हूं। बोले ऐ खुदावंद खुश हूं तेरी रजा में, करतार से कहते थे गोया रूबरू होकर, कल जाऊंगा चमकौर से मैं सुरखरू होकर। सतपो दी शाम नूं करतार नूं ये गल आखी है, ये बेनती कीती है कि कल नूं दिन चढ़ना है ते कल नूं इत्थे जंग होना ते इत्थे शहीदियां पाउणियां। महाराज तो जानते ही है सब कुछ भी इत्थे दोवें पुत्र भी शहीद होने आ, इत्थे पंजा प्यारिਆਂ चों 3 प्यारे भी शहीद होने आ, इत्थे बाकी नाल दे संगी साथी भी शहीद होने आ। करतार से कहते थे गोया रूबरू होकर, कल जाऊंगा चमकौर से मैं सुरखरू होकर, भी मैं सुरखरू होके चले जाना। तो धन गुरु गोबिंद सिंह महाराज जी दीयां महान ही कुर्बानियां, महान ही परोपकार। गुरु जी दे पावनी इतिहास की विचार सांझी करते हैं। सतगुरु जी गुरसंगत जी होइयां भुल्लां चुक्कां दी खिमा देनी, अगे वास्ते असीस बख्शनी, देहो सज्जने असीस अड़ियां, ज्यों होवै साहिब स्यों मेल। हे गोबिंद हे गोपाल हे दयाल लाल, प्राणनाथ अनाथ सखे दीन दर्द, हे समरथ अगम पूरन मोहे मया तार, अंधकूप महाभयान नानक बारे उतार, आए प्रभ सरनागति कृपा निध दयाल, एक अखर हर मन बसत नानक होत निहाल, कथा निता प्रत होत है सुनहो सिंह सुजान, नानक गुर गोबिंद सिंह जी सदा करे, नानक गुर गोबिंद सिंह जी सदा करे कल्याण। वाहिगुरु जी का खालसा वाहिगुरु जी की फतेह। सत श्री अकाल।